ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਇਹ ਵਿਸ਼ਾ ਸ਼ੁਰੂ ਕਰੀਏ, ਆਪ ਜੀ ਲਈ ਇੱਕ ਛੋਟੀ ਜੀ ਜਾਣਕਾਰੀ ਕਿ ਇਹ ਜਿਹੜਾ ਗੱਲੂਗਾਰਾ ਦਿਵਸ ਮਨਾਇਆ ਸੀ ਆਪਰੇਸ਼ਨ ਬਲੂ ਸਟਾਰ ਦਾ, ਇਹ ਦਮਦਮੀ ਟਕਸਾਲ ਬੜੇ ਵੱਡੇ ਮਿਆਰ ਦੇ ਵਿੱਚ ਇਹਨੂੰ ਮਨਾਇਆ ਗਿਆ। ਔਰ ਉੱਥੇ ਇਹ ਜਿਹੜੀ ਭਾਈ ਮਤੀ ਦਾਸ ਚੈਰੀਟੇਬਲ ਸੁਸਾਇਟੀ ਹੈ, ਇਸ ਦੇ ਜਿਹੜੇ ਚੇਅਰਮੈਨ ਨੇ, ਕਰਤਾ ਧਰਤਾ ਨੇ ਭਾਈ ਗੁਰ ਇਕਬਾਲ ਸਿੰਘ ਜੀ, ਉਹ ਕਿਸੇ ਵੀ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਨੇ, ਪੰਥ ਦੇ ਬਹੁਤ ਵੱਡੇ ਕੀਰਤਨੀਏ ਨੇ। ਉਹਨਾਂ ਨੂੰ ਦਮਦਮੀ ਟਕਸਾਲ ਵੱਲੋਂ ਸੇਵਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੈਨੂੰ ਸਭ ਤੋਂ ਪਹਿਲੇ ਆਪ ਸਾਰਿਆਂ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ। ਔਰ ਇਸ ਤੋਂ ਵੱਡੀ ਖੁਸ਼ੀ ਇਹ ਵੀ ਹੈ ਕਿ ਇਹ ਅਵਾਰਡ ਜਦੋਂ ਦਿੱਤਾ ਜਾ ਰਿਹਾ ਸੀ ਤੇ ਸਟੇਜ ਤੇ ਡਾਕਟਰ ਹਰਭਜਨ ਸਿੰਘ ਜੀ, ਜਿਹੜੇ ਮੇਰੇ ਗਾਈਡ ਵੀ ਨੇ, ਗੁਰੂ ਨੇ, ਔਰ ਉਹ ਵੀ ਮੌਜੂਦ ਸੀ। ਉਹਨਾਂ ਨੇ ਲੈਕਚਰ ਵੀ ਕੀਤਾ ਇਸ ਤੋਂ ਬਾਅਦ। ਔਰ ਇਹ ਜਿਹੜੀ ਭਾਈ ਮਤੀ ਦਾਸ ਚੈਰੀਟੇਬਲ ਸੁਸਾਇਟੀ ਹੈ, ਇਸ ਦੇ ਜਿਹੜੇ ਸਾਰੇ ਕਰਤਾ ਧਰਤਾ ਭਾਈ ਗੁਰ ਇਕਬਾਲ ਸਿੰਘ ਜੀ ਨੇ, ਇਹਨਾਂ ਬਾਰੇ ਸਿਰਫ ਇਤਨਾ ਹੀ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਜਿਹੜੀ ਇੱਕ ਸੁਸਾਇਟੀ ਬਣਾਈ ਹੋਈ ਹੈ ਲੋਕ ਸੇਵਾ ਲਈ, ਉਹਦੇ ਲਗਭਗ 300 ਪਰਿਵਾਰ ਜਿਨ੍ਹਾਂ ਨੂੰ ਇਹ ਰਾਸ਼ਨ ਮਹੀਨੇ ਦਾ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ। 3 ਸਕੂਲ ਨੇ ਜਿਹੜੇ ਇਹਨਾਂ ਨੇ ਐਜੂਕੇਸ਼ਨ ਲਈ ਬਣਾਏ ਹੋਏ ਨੇ, ਔਰ 3 ਹੀ ਹਸਪੀਟਲ ਬਣਾਏ ਨੇ, ਔਰ ਹੋਰ ਵੀ ਬੜੀਆਂ ਸੰਸਥਾਵਾਂ ਨੇ। ਮੈਂ ਮੇਨ ਸੰਸਥਾਵਾਂ ਦੀ ਗੱਲ ਕੀਤੀ ਹੈ, ਲੰਬਾ ਨਾ ਕਰਾਂ। ਤੋ ਇਸ ਗੱਲ ਦੀ ਬੜੀ ਤਸੱਲੀ ਕਿ ਭਾਈ ਗੁਰ ਇਕਬਾਲ ਸਿੰਘ ਜੀ ਨੂੰ ਸੇਵਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤੋ ਅਸੀਂ ਅੱਜ ਦਾ ਜਿਹੜਾ ਵਿਸ਼ਾ ਹੈ ਸਾਡਾ, ਆਸਾ ਕੀ ਵਾਰ, ਇਹ ਡਾਕਟਰ ਹਰਭਜਨ ਸਿੰਘ ਜੀ ਕਰਨਗੇ। ਇਹ ਵੀ ਜਿਹੜੀ ਸ਼ਖਸੀਅਤ ਨੇ, ਇਹ ਵੀ ਕੋਈ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਨੇ। ਇਸ ਤੋਂ ਪਹਿਲਾਂ ਇਸ ਸਾਡਾ ਜਿਹੜਾ ਇੱਕ ਕੋਰਸ ਸ਼ੁਰੂ ਹੋਇਆ, ਸਭ ਤੋਂ ਪਹਿਲਾ ਲੈਕਚਰ ਧਰਮ ਬਾਰੇ ਇਹ ਡਾਕਟਰ ਸਾਹਿਬ ਨੇ ਕੀਤਾ ਸੀ। ਆਸਾ ਕੀ ਵਾਰ ਜਦੋਂ ਗੱਲ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰਾਂ ਗੁਰੂ ਨਾਨਕ ਸਾਹਿਬ ਦੀਆਂ, ਰਾਗ ਮਾਝ ਵਿੱਚ ਹੈ, ਰਾਗ ਆਸਾ ਤੇ ਰਾਗ ਮਲਾਰ ਵਿੱਚ ਹੈ। ਔਰ ਵਾਰ ਆਸਾ ਜਿਹੜੀ ਹੈ ਸਭ ਤੋਂ ਵੱਧ ਗਾਈ ਜਾਂਦੀ ਹੈ। ਔਰ ਵਾਰਾਂ ਦਾ ਮਤਲਬ ਇਹ ਹੀ ਹੁੰਦਾ ਕਿ ਜਿਹੜੀ ਹੈ ਕਿ ਵਾਰਾਂ ਯੋਧਿਆਂ ਦੀ ਟੱਕਰ ਦਾ ਹਾਲ ਹੁੰਦਾ ਹੈ, ਬਹਾਦਰੀਆਂ ਦੀ, ਯੁੱਧਾਂ ਦੀ ਚਰਚਾ ਹੁੰਦੀ ਹੈ ਵਾਰਾਂ ਦੇ ਵਿੱਚ। ਪਰ ਆਸਾ ਕੀ ਵਾਰ ਵਿੱਚ ਗੁਰਮੁਖਤਾ ਤੇ ਮਨਮੁਖਤਾ ਦੀ ਆਪਸੀ ਟੱਕਰ ਦੀ ਚਰਚਾ ਹੈ। ਆਸਾ ਕੀ ਵਾਰ ਗੁਰੂ ਨਾਨਕ ਸਾਹਿਬ ਦੀ ਪ੍ਰਮੁੱਖ ਰਚਨਾ, ਜਿਵੇਂ ਕਿ ਮੈਂ ਪਹਿਲੇ ਦੱਸ ਸਕਿਆ। ਮੈਂ ਇਹ ਵੀ ਕਹਿ ਸਕਦਾ ਕਿ ਆਸਾ ਕੀ ਵਾਰ ਇੱਕ ਅਧਿਆਤਮਕਤਾ ਦਾ ਮਾਰਗ ਹੈ। ਇਸ ਵਿੱਚ ਨੇਕੀ, ਸੱਚ, ਪ੍ਰੇਮ, ਸ਼ਰਧਾ ਤੇ ਨਿਮਰਤਾ ਆਦਿ ਦਾ ਜਸ ਗਾਇਆ ਗਿਆ ਹੈ। ਔਰ ਬਦੀ ਤੇ ਕੂੜ, ਕਰਮ ਕਾਂਡਾਂ ਤੇ ਹੋਮੇ ਦੀ ਨਿੰਦਾ ਕੀਤੀ ਗਈ ਹੈ। ਔਰ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਬੜੀ ਖੂਬਸੂਰਤੀ ਨਾਲ ਧਾਰਮਿਕ, ਸਮਾਜਿਕ, ਰਾਜਨੀਤਿਕ ਸਥਿਤੀ ਨੂੰ ਬੜੀ ਗਹਿਰਾਈ ਨਾਲ ਵਾਚਿਆ ਅਤੇ ਉਸ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਨ ਕੀਤਾ। ਔਰ ਇਸ ਬਾਣੀ ਦੇ ਮੂਲ ਪਾਠ ਵਿੱਚ, ਜਿਵੇਂ ਮੈਂ ਸਮਾਜਿਕ ਕਿਹਾ, ਸਮਾਜ ਉੱਤੇ ਬਹੁਤ ਟਿੱਪਣੀਆਂ ਨੇ। ਔਰ ਵਰਤਮਾਨ ਜੀਵਨ ਦੀਆਂ ਜਿਹੜੀਆਂ ਅੱਜ ਵੀ ਅਸੀਂ ਪ੍ਰੈਜ਼ੈਂਟ ਏਰਾ ਦੇ ਵਿੱਚ ਵੀ ਜਿਹੜੀਆਂ ਅਸੀਂ ਬੁਰਾਈਆਂ ਜਾਂ ਨਾ ਬਰਾਬਰੀਆਂ ਤੇ ਪਖੰਡਾਂ ਦਾ ਜਿਹੜਾ ਅਸੀਂ ਦੇਖ ਰਹੇ ਹਾਂ, ਉਸ ਦਾ ਵੀ ਸਮਝੀਏ ਕਿ ਜਿਵੇਂ ਅੱਜ ਸਾਨੂੰ ਸਾਡੇ ਸਿਸਟਮ ਨੂੰ ਦੇਖ ਕੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਰਚੀ ਹੈ। ਆਸਾ ਕੀ ਵਾਰ ਚ ਅਜਿਹੀਆਂ ਤੁਕਾਂ ਵੀ ਹਨ ਜਿਨ੍ਹਾਂ ਦੀ ਮੈਂ ਜਿਹੜੀ ਗੱਲ ਕੀਤੀ ਹੈ ਪ੍ਰੈਜ਼ੈਂਟ ਏਰਾ ਨਾਲ ਜਾਂ ਵਰਤਮਾਨ ਇਖਲਾਕੀ ਗਿਰਾਵਟ ਵੱਲ ਵੀ ਇਸ਼ਾਰਾ ਹੈ। ਔਰ ਨਟਸ਼ੈਲ ਮੈਂ ਗੱਲ ਕਰਾਂ ਤਾਂ ਸਮਾਜ ਦੀ, ਧਰਮ ਦੀ, ਰਾਜਨੀਤੀ ਦੀ ਇਖਲਾਕੀ ਗਿਰਾਵਟ ਦਾ ਨਕਸ਼ਾ ਵਿੱਚ ਖਿੱਚਿਆ ਅਤੇ ਇਹਨਾਂ ਗਿਰਾਵਟਾਂ ਤੋਂ ਬਚਣ ਦੇ ਜਿਹੜੇ ਜਾਂ ਉੱਪਰ ਉੱਠਣ ਦੀ ਜਿਹੜੀ ਵਿਧੀ ਵੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਦੱਸੀ ਹੈ। ਇਹ ਸਿਵਲਾਈਜ਼ ਸੁਸਾਇਟੀ ਵਿੱਚ ਜੋ ਜੋ ਕੁਝ ਵੀ ਜ਼ਰੂਰੀ ਹੁੰਦਾ ਹੈ, ਉਹਨਾਂ ਦਾ ਜ਼ਿਕਰ ਆਸਾ ਕੀ ਵਾਰ ਵਿੱਚ ਕੀਤਾ ਹੈ। ਇਸ ਬਾਣੀ ਦਾ ਮਹੱਤਵ ਇਸ ਕਰਕੇ ਵੀ ਹੈ ਕਿਉਂ ਜੋ ਕੇਵਲ ਪੂਰੀ ਬਾਣੀ ਗਾਇਨ ਦੁਆਰਾ ਪੜ੍ਹੀ ਜਾਂਦੀ ਹੈ। ਦੂਜੀ ਵਿਸ਼ੇਸ਼ਤਾ ਇਸ ਬਾਣੀ ਦੀ ਇਹ ਹੈ ਕਿ ਸੰਗਤ ਵਿੱਚ ਗਾਇਨ ਕੀਤੀ ਜਾਂਦੀ ਹੈ।
ਭਾਵ ਨਿਤਨੇਮ ਦੀ ਬਾਣੀਆਂ ਦੇ ਵਿੱਚ ਇਹ ਸ਼ਾਮਲ ਨਹੀਂ ਹੈ। ਇਹ ਇੰਡੀਵਿਜੂਅਲੀ ਵਿਅਕਤੀਗਤ ਇਹਦਾ ਪਾਠ ਨਹੀਂ ਹੁੰਦਾ। ਔਰ ਗੁਰੂ ਨਾਨਕ ਸਾਹਿਬ ਦੀ ਬੜੀ ਮਹੱਤਵਪੂਰਨ ਬਾਣੀ ਹੈ, 59 ਸ਼ਲੋਕ 24 ਪੌੜੀਆਂ, ਔਰ ਇਹਨਾਂ ਵਿੱਚੋਂ 15 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਹਨ। ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਉਸ ਸਮੇਂ ਗੁਰੂ ਅੰਗਦ ਸਾਹਿਬ ਜੀ ਦੇ 15 ਸ਼ਲੋਕ ਭਾਵ ਦੀ ਅਨੁਕੂਲਤਾ ਅਨੁਸਾਰ ਅੰਕਿਤ ਕਰ ਦਿੱਤੇ। ਔਰ ਆਸਾ ਕੀ ਵਾਰ ਵਿੱਚ ਮਨੁੱਖ ਤੋਂ ਦੇਵਤੇ ਬਣਨ ਦੀ ਗੱਲ ਵੀ ਬੜੀ ਹਾਈਲਾਈਟ ਕੀਤੀ ਗਈ ਹੈ। ਕਿਸੇ ਇੱਕ ਮਨੁੱਖ ਦੀ ਗਲਤੀ ਨਾਲ, ਕਿਸੇ ਇੱਕ ਮਨੁੱਖ ਦੇ ਪਾਪ ਨਾਲ ਪੂਰੀ ਦੁਨੀਆ ਵਿੱਚ ਪਰਲੋ ਆ ਜਾਂਦੀ ਹੈ ਅਤੇ ਲੱਖਾਂ ਮਨੁੱਖਾਂ ਨੂੰ ਭੁਗਤਣਾ ਪੈਂਦਾ ਹੈ। ਕਿਸੇ ਇੱਕ ਮਨੁੱਖ ਦੀ ਨੇਕੀ ਕਰਕੇ ਵੀ ਸਾਰੀ ਮਨੁੱਖਤਾ ਦਾ ਭਲਾ ਹੋ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਜ਼ਨ ਆਸਾ ਕੀ ਵਾਰ ਵਿੱਚ ਹੈ। ਮੈਂ ਡਾਕਟਰ ਭਜਨ ਸਿੰਘ ਜੀ ਨੂੰ ਬੇਨਤੀ ਕਰਾਂਗਾ, ਸਰ ਤੁਸੀਂ ਇਹ 50 ਮਿੰਟ ਚ ਕਰ ਲਓ, ਫਿਰ ਅਸੀਂ ਨਾ 10 ਮਿੰਟ ਕੁਝ ਸਵਾਲ ਹੋਣਗੇ ਆਸਾ ਕੀ ਵਾਰ ਬਾਰੇ, ਉਹ ਸਵਾਲ ਜਵਾਬ ਵੀ ਤੁਸੀਂ ਕਰਨੇ ਨੇ। ਮੈਂ ਆਪ ਜੀ ਨੂੰ ਬੇਨਤੀ ਕਰਦਾ ਸਰ ਕਿ ਆਸਾ ਕੀ ਵਾਰ ਦੇ ਉੱਤੇ ਆਪ ਜੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਸ ਤੇ ਗੱਲ ਕਰੋ। ਬਹੁਤ ਹੀ ਪਰਮ ਪਿਆਰੇ, ਮੇਰੀ ਆਵਾਜ਼ ਆਉਂਦੀ ਜੀ ਸਭ ਨੂੰ? ਬਹੁਤ ਅੱਛੀ ਆ ਰਹੀ ਹੈ। ਪਰਮ ਪਿਆਰੇ, ਪਰਮ ਸਤਿਕਾਰਯੋਗ, ਬਹੁਤ ਹੀ ਸੁਹਿਰਦ ਗੁਰਸਿੱਖ ਅਤੇ ਵਿਦਵਾਨ ਇਸ ਪ੍ਰੋਗਰਾਮ ਦੇ ਸੰਚਾਲਕ ਸਰਦਾਰ ਹਰਿੰਦਰਪਾਲ ਸਿੰਘ ਜੀ ਅਤੇ ਇਸ ਕੋਰਸ ਨਾਲ ਜੁੜੇ ਹੋਏ ਅੱਜ ਦੇ ਇਸ ਸਤਸੰਗ ਵਿੱਚ ਸ਼ਾਮਲ ਸਮੂਹ ਵਿਦਵਤ ਜਨਾਂ ਨੂੰ ਪਿਆਰ ਸਹਿਤ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰਦਾਰ ਹਰਿੰਦਰਪਾਲ ਸਿੰਘ ਜੀ ਨੇ ਆਪ ਜੀ ਨੂੰ ਵਿਸ਼ੇ ਬਾਰੇ, ਵਿਸ਼ੇ ਦੇ ਦਾਇਰੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਤੁਹਾਨੂੰ ਇਹ ਵੀ ਉਹਨਾਂ ਨੇ ਦੱਸਿਆ ਕਿ ਵਾਰ ਜਿਹੜੇ ਕਿ ਪਹਿਲਾਂ ਤੇ ਅਸੀਂ ਸਮਝੀਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 22 ਵਾਰਾਂ, ਵਾਰ ਇੱਕ ਲੰਬੀ ਬਾਣੀ ਹੈ। ਸਭ ਤੋਂ ਲੰਬੀ ਜਿਹੜੀ ਵਾਰ ਹੈ ਉਹ ਸਾਰੰਗ ਰਾਗ ਵਿੱਚ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ। ਇਹਦੀਆਂ 36 ਪੌੜੀਆਂ ਹਨ। 22 ਵਾਰਾਂ ਵਿੱਚੋਂ 3 ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹਨ, 4 ਗੁਰੂ ਅਮਰਦਾਸ ਜੀ ਦੀਆਂ, 8 ਗੁਰੂ ਰਾਮਦਾਸ ਜੀ ਦੀਆਂ ਤੇ 6 ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ। ਇਸ ਤਰ੍ਹਾਂ 21 ਵਾਰਾਂ। ਕਿਸੇ ਭਗਤ ਜਾਂ ਹੋਰ ਗੁਰਸਿੱਖ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਦੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ ਹੈ। ਆਸਾ ਕੀ ਵਾਰ, ਵਾਰ ਦਾ ਅਰਥ ਸਰਦਾਰ ਸਾਹਿਬ ਨੇ ਦੱਸਿਆ ਹੈ। ਇਹ ਪੰਜਾਬੀ ਕਾਵ ਹੈ। ਇਹ ਵਾਰ ਜਿਹੜਾ ਯੁੱਧ ਕਾਵ ਸੀ ਉਸ ਨੂੰ ਕਿਹਾ ਜਾਂਦਾ ਸੀ, ਪਰੰਤੂ ਸ਼੍ਰੀ ਗੁਰੂ ਸਾਹਿਬ ਵਿੱਚ ਜਿਹੜੇ 9 ਧੁਨੀਆਂ ਵਾਰਾਂ ਦੀਆਂ ਪੁਰਾਣੀਆਂ ਚੜੀਆਂ ਹੋਈਆਂ ਨੇ, ਉਹਨਾਂ ਵਿੱਚੋਂ ਕੁਝ ਐਸੀਆਂ ਵੀ ਨੇ ਜਿਨ੍ਹਾਂ ਦਾ ਸੰਬੰਧ ਯੁੱਧ ਨਾਲ ਨਹੀਂ ਹੈ। ਕਿਸੇ ਕੋਈ ਦਾਨਵੀਰ ਹੈ, ਕਿਸੇ ਨੇ ਪਰਉਪਕਾਰ ਹੈ, ਚੰਗਾ ਵਿਅਕਤੀ ਹੈ, ਉਸ ਦੀ ਮਹਿਮਾ ਵੀ ਕੀਤੀ। ਇਸ ਨੂੰ ਇੱਕ ਤਰੀਕੇ ਨਾਲ ਮਹਿਮਾ ਗਾਇਨ ਵਾਲਾ ਕਾਵਿ ਕਹਿ ਸਕਦੇ ਹਾਂ। ਅਸੀਂ ਇੱਕ ਗੱਲ ਹੋਰ ਧਿਆਨ ਦੇਈਏ, ਹਰ ਸ਼ਬਦ ਹੈ ਔਰ ਬਿਲਕੁਲ ਜਿਹੜਾ ਅੰਗਰੇਜ਼ੀ ਦਾ ਸ਼ਬਦ ਹੈ ਔਰ ਸਾਡਾ ਸ਼ਬਦ, ਇਹ ਮੂਲ ਕਰਕੇ ਦੋਵੇਂ ਇੱਕ ਸ਼ਬਦ ਹਨ। ਸਿਰਫ ਥੋੜਾ ਭਾਵ ਦਾ ਪਰਿਵਰਤਨ ਜਿਹੜਾ ਹੈ ਆਇਆ ਹੈ। ਆਰ ਦਾ ਮਤਲਬ ਹੈ ਪਰਿਹਾਰ ਕਰਨਾ, ਇਸਦੇ ਉੱਤੇ ਨਿਚੋੜ ਕਰ ਕਿਸੇ ਸੂਰਤ ਦਾ ਹੀ। ਜਿਹੜਾ ਵਾਰ ਇਸੇ ਵਾਰ ਨੂੰ ਵਾਰੀ ਸ਼ਬਦ ਬਣ ਜਾਏਗਾ, ਕਿਉਂਕਿ ਯੁੱਧ ਜਦੋਂ ਵਾਰ ਕਰਦੇ ਨੇ, ਰੋਕਦਾ ਹੈ, ਦੂਜਾ ਵਾਰ ਕਰਦਾ, ਫਿਰ ਉਹ ਆਪਣੀ ਵਾਰੀ ਨਾਲ ਵਾਰ ਕਰਦਾ, ਤੋ ਇਸੇ ਕਰਕੇ ਵਾਰ ਪਿਆ। ਇਹ ਇਸ ਸ਼ਬਦ ਦੀ ਐਟੀਮੋਲੋਜੀ ਬਾਰੇ ਅਸੀਂ ਕਹਿ ਸਕਦੇ ਹਾਂ। ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰਾਂ ਦਾ ਸੰਬੰਧ ਹੈ, ਇਹ ਪ੍ਰਚਲਿਤ ਵਾਰਾਂ ਨੂੰ, ਇਹਨਾਂ ਦੀ ਐਡੀਟਿੰਗ ਵੱਖਰੇ ਕਿਸਮ ਦੀ ਹੈ।
ਪਹਿਲਾਂ ਵਾਰਾਂ ਦੇ ਵਿੱਚ ਜੇ ਕੋਈ ਵਾਰ ਗਾਇਨ ਕਰਦਾ ਸੀ, ਠੀਕ ਹੈ, ਮੰਗਲਾਚਰਨ ਸ਼ੁਰੂ ਵਿੱਚ ਇੱਕ ਅੱਧ ਸ਼ਲੋਕ ਪੜ੍ਹ ਲਿਆ, ਦੋ ਵਾਰੀ ਪੜ੍ਹ ਲਿਆ, ਪਰੰਤੂ ਪੌੜੀਆਂ ਦੇ ਵਿੱਚ ਸ਼ਲੋਕ ਨਹੀਂ ਸੰਕਲਿਤ ਕੀਤੇ ਹੋਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਰਾਂ ਦੀ ਸੰਪਾਦਨਾ ਵੇਲੇ ਲਗਾਏ। ਕੁਝ ਵਾਰਾਂ ਐਸੀਆਂ ਨੇ ਜਿਹੜੀਆਂ ਨਾਲ ਨਾਲ ਸ਼ਲੋਕ ਉਚਾਰਨ ਕੀਤੇ ਨੇ, ਖਾਸ ਕਰਕੇ ਜੈਤਸਰੀ ਕੀ ਵਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਾਰ ਹੈ। ਇਹ ਤੁਸੀਂ ਵੇਖੋਗੇ ਕਿ ਇਹਦੀਆਂ ਜਿਹੜੀਆਂ ਪੌੜੀ ਵਿੱਚ ਅੱਗੇ ਸ਼ਲੋਕ ਦੇ ਕੇ ਵਿੱਚ ਉਹੀ ਚੀਜ਼ ਆਈ ਹੋਈ ਹੈ। इसका मतलब कि पौड़ी ना कीते बाकी जिवें असीं आसा की वार नूं मिसाल दे तौर ते लै लईए, कई वारी पौड़ी ते श्लोक विच एक असंबंध जिहा दिसदा है। पौड़ी विच सीधी वाहिगुरू दी सिफत आ जांदी है और जिहड़ा श्लोक है उहदे विच लोक दी बात आ जांदी है। जिवें मैं एक प्रमाण जैतसरी की बात देवांगा। श्लोक है, त्यक्त जलम न जीव मीनम नह त्याग चात्रिक मेघ मंडल बाण विघन चिकुरंक नादम अलिबंधन कुसम वासन चरण कमल रचंति संत नानक आना रुचते। हुण इहनूं तुसीं देखो पंजाबी विच कितना सोहना लिखिआ है। ये एक बड़ी सुंदर वार है। श्लोक जिहड़ा है वो संस्कृत पैटर्न ते संस्कृति च है। जिहड़ा अगला श्लोक है उन्होंने दखना क्या है, वो जिहड़ी बोली मुल्तान साइड दी है वो है जी मुख दिखाऊ पलक छाड़ आन देव चित जीवन संगम ते स्तनी नानक संता। और जिहड़ी पौड़ी है वो प्योर पंजाबी है। जीव मछली बिन पानी है क्यों जीवन पावे, भूत भी होना चात्री को क्यों करते बतावे, नाद कुरंक है उसे चीज नूं दूजी भाषा च लिखा है। नाद कुरंक है वेद्या सन्मुख उठावे पवर लोभी कुसुम पास का मिल्या पंभावे क्यों संत जना हरिप्रीत है देख दर्श आखा। ये वार क्योंकि श्लोक ते पौड़ी इको भाव दे चलदे ने, श्लोक दा पूरा संबंध है पौड़ी नाल, इस करके ये वार जदों उच्चारण कीती है श्लोक ते पौड़ियां इकट्ठियां उच्चारण कीतियां ने। ये एडिटेड वार भी है। बहुतियां गुरु अर्जन देव जी की एक होर वार जी बसंत की वार है, वो क्योंकि श्लोक ही नहीं, इस करके वो भी एडिट नहीं की हुई। बाकी सारिया वारां जिहड़ियां ने ये एडिट कीतियां। कई बारी लोग बड़ा रौला विद्वान पा लैंदे ने, ये संकलन है संपादन नहीं है, इहो जी ये बहसां फजूल हुंदियां ने। जिहड़ी वारां ने ये एडिट कीतियां होई ने, श्लोक जिहड़े ने वो चुन चुन के लगाए होए ने। और जदों सुधाई कीती है तो कई बार श्री गुरु जी ने निर्देश किए हुए ने करतारपुरी जी भी ये श्लोक उत्थे रह गए या ये श्लोक नूं हटा दिओ इत्थों। ऐसे इसे करके वारां नाल ही शुद्ध ते शुद्ध कीते है, और तो किसी बाणी नाल है नहीं। शुद्ध करन दी क्यों लोड़ सी, क्योंकि ये एडिटिंग कीती हुई है। और जिवें श्लोक लगे ने वो ठीक अप्रोप्रीएट जगह ते पौड़ी नाल लगे ने जां नहीं लगे, इस करके इन्हां पिछे शुद्ध ते शुद्ध कीते दा संकेत वारां पिछे आउंदा है। तो एडिट कीते हुए ने श्लोक। पौड़ी की है, पौड़ी जिहदे पैर रख के डंडा चढ़िया जा सके उसनूं असीं सीढ़ी कह लीए। पौड़ी एक एक पैर रख के ऊपर चढ़ते जाना। वार क्योंकि युद्ध काव्य है ना, ये स्लो शुरू हुंदा है। इहदी गायकी कदे तुसीं लै स्लो हुंदी है परंतु और गायक की क्लाइमैक्स ਜਿਹੜਾ कि दूजियां बाणियां विच असीं नहीं वेखदे, जिहड़ी चीज इहदी विशेष रुचि है वार की, वो इस करके पौड़ी है कि सीढ़ी चढ़दियां क्लाइमैक्स पहुंचना, छोटी ते पहुंचना। श्लोक है वो समझना चाहिए। सा लोक जिस विच लोक दी गल हुण समझ आ जाए। पौड़ी क्योंकि रब दी वार है, ये वार जिहड़ी है रब दी महिमा दी वार है। ये गुरमुख मनमुख दा संघर्ष वो सानू दिसदा श्लोकां च। जिहड़ियां पौड़ियां ने इन्हां च वो नहीं करा, इन्हां विच जिहड़ा है किते किते आइडियल लाइफ जिहड़ी गुरमुख दी आई है, परंतु ये रब दी महिमा दी वार है। परमेश्वर ते जिहड़े श्लोक ने उन्हां विच लोक दी गल आई है। इस करके ये बहुत सुंदर सतगुरु गुरु अर्जन देव महाराज जी ने दिता, जिहड़ा ਸਾਹਿਤ ਨੂੰ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈ कि वार ਨੂੰ एक ट्रांसफॉर्म करता है ਵੱਖਰੇ तरीके ਨਾਲ।
ਬਣਾਤੀ ਵਾਰ। ਫਿਰ ਉਹਨਾਂ ਨੇ ਜਦੋਂ ਪਰੰਪਰਾ ਸ੍ਰੀ ਦਰਬਾਰ ਸਾਹਿਬ ਦੀ ਕਾਇਮ ਕੀਤੀ, ਇੱਕ ਕੰਮ ਹੋਰ ਕੀਤਾ ਕਿ ਜਿਹੜੀ ਗਾਇਨ ਦੀ ਵਾਰ ਹੈ ਉਹਦੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੰਤ ਵੀ ਨੇ, ਉਹਨਾਂ ਦੇ ਵਿੱਚੋਂ ਛੰਤ ਦਾ ਇੱਕ ਇੱਕ ਭਾਗ ਜਿਹੜਾ ਹੈ ਉਹ ਇੱਕ 24 ਬਣਦੇ ਛੰਤਾਂ ਦੇ ਭਾਗ ਜਿਹੜੇ ਸਨ 6 ਤੋਂ ਉਹ ਸਾਰੇ ਨੇ 4-4 ਇੱਕ ਛੰਤ ਦੇ ਸਨ ਤੇ ਉਹਨਾਂ ਨੂੰ ਜਿਹੜੀ 24 ਗਿਣਤੀ ਪੂਰੀ ਹੁੰਦੀ ਸੀ। ਇੱਕ ਇੱਕ ਜਿਹੜਾ ਅਸੀਂ ਛੱਕਾ ਕਹਿ ਲਿਆ ਉਹਨੂੰ, ਹਾਲਾਂਕਿ ਛੱਕਾ ਇਹਦਾ ਸਮੂਹ ਹੈ ਪਰੰਤੂ ਅਸੀਂ ਛੱਕਾ ਕਹਿ ਲੈਂਦੇ ਹਾਂ, ਤੇ ਉਹ ਜਿਹੜਾ ਛੱਕਾ ਹੈ ਉਹ ਇਹਨਾਂ ਦੇ ਨਾਲ ਲਗਾ ਕੇ ਗਾਇਨ ਵਿੱਚ ਹੋਰ ਰੌਚਕਤਾ ਭਰਦੀ ਹੈ। ਔਰ ਇਹਦਾ ਗਾਇਨ ਆਪਣੇ ਕਿਸਮ ਦਾ ਹੈ, ਛੱਕੇ ਦਾ ਗਾਇਨ ਆਪਣੇ ਪ੍ਰਕਾਰ ਦਾ ਹੈ। ਸੋ ਹੈਲੋ, ਇਹ ਵਿੱਚ ਗੜਬੜ ਹੋ ਜਾਂਦੀ ਨੈਟ ਦੀ। ਤੋਂ ਜਿਹੜਾ ਸ਼ਲੋਕ ਹੈ, ਸ਼ਲੋਕ ਵਿੱਚ ਲੋਕ ਦੀ ਗੱਲ ਹੈ, ਔਰ ਸ਼ਲੋਕ ਜਿਹੜਾ ਹੈ ਇਸ ਦਾ ਗਾਇਨ, ਇਸ ਦਾ ਜਦੋਂ ਅਸੀਂ ਗਾਇਨ ਦੇਖਦੇ ਹਾਂ ਤਾਂ ਇਹ ਤਾਲਬੱਧ ਨਹੀਂ ਕੀਤਾ ਜਾਂਦਾ। ਸ਼ਲੋਕ ਦਾ ਗਾਇਨ ਇਹ ਤਾਲਬੱਧ ਨਹੀਂ ਹੁੰਦਾ। ਬਾਕੀ ਜਿਹੜਾ ਪੌੜੀ ਅਸੀਂ ਤਾਲਬੱਧ ਕਰਦੇ ਹਾਂ, ਜਿਹੜਾ ਸ਼ਲੋਕ ਹੈ ਉਹ ਤਾਲਬੱਧ ਨਹੀਂ ਹੁੰਦਾ। ਸ਼ਲੋਕ ਜਿਹੜਾ ਹੈ ਉਸ ਵਿੱਚ ਅਸੀਂ ਗਾਉਂਦੇ ਤੇ ਰਾਗ ਵਿੱਚ ਹਾਂ, ਪਰੰਤੂ ਉਹ ਉਚਾਰਨ ਕਰਦੇ ਹਾਂ ਰਾਗ ਵਿੱਚ। ਹੈਲੋ ਹੈਲੋ, ਹਾਂਜੀ ਸਰ, ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਹੈ ਜੀ ਆਵਾਜ਼? ਅੱਛਾ ਅੱਛਾ, ਕੁਝ ਪ੍ਰੋਬਲਮ ਵਿੱਚ ਨੈਟ ਕਰ ਦਿੰਦੇ। ਆਵਾਜ਼ ਆ ਰਹੀ ਹੈ ਜੀ, ਆ ਰਹੀ ਹੈ ਜੀ। ਸੋ ਇਹ ਇੱਕ ਬਹੁਤ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਗਾਇਨ ਨੂੰ ਔਰ ਵਾਰ ਦੇ ਸਰੂਪ ਨੂੰ ਕੰਟਰੀਬਿਊਸ਼ਨ ਹੈ। ਦੂਜੀ ਚੀਜ਼ ਇੱਕ ਹੋਰ ਦੇਖੀ ਅਸੀਂ ਕਿ ਢਾਡੀ ਸ਼ਬਦ, ਕਿਉਂਕਿ ਵਾਰ ਨੂੰ ਢਾਡੀ ਗਾਉਂਦੇ ਸਨ, ਢਾਡੀਆਂ ਦੀ ਜਿਹੜੀ ਗਾਇਕੀ ਸੀ ਉਸਨੂੰ ਇੱਕ ਨਵਾਂ ਢਾਡੀਆਂ ਦੀ ਜਗ੍ਹਾ ਤੇ ਰਾਗੀਆਂ ਤੋਂ ਗਵਾਉਣਾ ਸ਼ੁਰੂ ਕਰਤਾ। ਮਹਾਰਾਜ ਜੀ ਨੇ ਇਤਨਾ ਵਾਰ ਦੀ ਕਾਇਆ ਕਲਮ ਕੀਤੀ ਹੈ ਕਿ ਜਿਹੜੀ ਚੀਜ਼ ਢਾਡੀ ਦੇ ਖਾਣ ਵਾਲੀ ਸੀ ਉਹ ਰਾਗੀ ਦੇ ਗਾਣਯੋਗ ਬਣਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਹੁਣ ਇੱਕ ਚੀਜ਼ ਹੋਰ ਦੇਖੀ ਅਸੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਢਾਡੀ ਸ਼ਬਦ 30 ਕੁ ਵਾਰ ਆਇਆ, ਔਰ ਤੁਸੀਂ ਇਹ ਦੇਖੋਗੇ ਕਿ ਕੇਵਲ ਵਾਰਾਂ ਵਿੱਚ ਢਾਡੀ ਸ਼ਬਦ ਆਇਆ, ਹੋਰ ਕਿਸੇ ਬਾਣੀ ਚ ਢਾਡੀ ਸ਼ਬਦ। ਇਹ ਅਸੀਂ ਦੇਖੀਏ ਵੀ ਗੁਰੂ ਦਾ ਮਾਈਂਡ ਸੁਚੇਤ ਕਿੰਨਾ ਹੈ, ਕਿਸ ਤਰੀਕੇ ਨਾਲ ਢਾਡੀ ਨੂੰ ਵਾਰ ਤੋਂ ਬਾਹਰ ਜਾਣ ਹੀ ਨਹੀਂ ਦਿੱਤਾ, ਵਾਰ ਦੇ ਬੰਧਨ ਵਿੱਚ ਰੱਖਿਆ ਢਾਡੀ। ਤੋ ਹੁਣ ਢਾਡੀ ਬੇਕਾਰ ਕਾਰਿਆ ਲਾਇਆ, ਜਿਵੇਂ ਮਹਾਰਾਜ ਜੀ ਦਾ ਫਰਮਾਨ ਤੇ ਉਹ ਅਸੀਂ ਦੇਖਿਆ ਕਿ ਮਾਝ ਕੀ ਵਾਰ ਦੇ ਵਿੱਚ ਹੈ। ਉਹ ਇਹ ਜਿਹੜੀ ਆਸਾ ਕੀ ਵਾਰ ਹੈ, ਪਹਿਲੇ ਪ੍ਰੋਬਲਮ ਹੈ ਆਸਾ ਰਾਗ ਕਿਹੜੇ ਦੇਸ਼ ਦਾ, ਕਿਉਂਕਿ ਹੁਣ ਜਨਮ ਸਾਖੀਆਂ ਪੜਾਂਗੇ ਤੇ ਆਸਾ ਦੇਸ਼ ਵੀ ਹੁੰਦਾ ਹੈ, ਆਸਾ ਦੇਸ਼ ਦੇ ਨਾਲ ਆਸਾ ਰਾਗ ਹੈ। ਤੋ ਕੁਝ ਲੋਕਾਂ ਦਾ ਖਿਆਲ ਹੈ ਕਿ ਅਸਾਮ ਨੂੰ ਆਸਾ ਕਿਹਾ ਹੈ, ਨਹੀਂ ਮੈਨੂੰ ਨਹੀਂ ਲੱਗਦਾ। ਇਹ ਰਾਗ ਆਸਾ ਜਿਹੜਾ ਹੈ ਇਹ ਮਾਂਡ ਬਿਲਕੁਲ ਆਸਾ ਵਰਗਾ ਹੈ, ਰਾਜਸਥਾਨ ਚ ਗਾਇਆ ਜਾਂਦਾ ਸੀ। ਆਸ਼ਾ ਦੇਸ਼ ਕਿਉਂ ਕਿਹਾ ਹੈ? ਕਿਉਂਕਿ ਮਾਰੂਥਲ ਦੇ ਵਿੱਚ ਜਿਹੜੀ ਆਸ ਹੈ ਨਾ ਉਹ ਬਹੁਤ ਪ੍ਰਬਲ ਹੁੰਦੀ ਹੈ ਕਿ ਪਾਣੀ ਮਿਲ ਜਾਏਗਾ। ਔਰ ਤੁਸੀਂ ਦੇਖਦੇ ਹੋ ਕਿ ਮਾਰੂਥਲ ਦੇ ਵਿੱਚ ਰੇਤ ਜਿਹੜੀ ਹੈ ਦੂਰ, ਉਹ ਪਾਣੀ ਦਿਸਦੀ ਹੈ। ਉਹ ਜਿਹੜੀ ਆਸ ਹੈ ਪਾਣੀ ਤੱਕ ਪਹੁੰਚਣ ਦੀ, ਉਹ ਅਸੀਂ ਸਮਝਦੇ ਹਾਂ ਕਿ ਉਹ ਆਸਾ ਰਾਗ ਇਸੇ ਕਰਕੇ ਜਿਹੜਾ ਹੈ ਨਾਮ ਆਸਾ, ਉਸ ਆਸਾ ਦੇਸ਼ ਪੈ ਗਿਆ। ਹੁਣ ਅਸੀਂ ਮੁੜੀਏ ਆਸਾ ਕੀ ਵਾਰ ਦੇ ਵਿੱਚ ਜਿਹੜਾ ਫਰਮਾਨ ਕੀਤਾ ਹੋਇਆ। ਪਹਿਲੀ ਗੱਲ ਤੇ ਇੱਕ ਸਮਝ ਲਈਏ ਕਿ ਆਸਾ ਕੀ ਵਾਰ ਇੱਕ ਤਰੀਕੇ ਨਾਲ ਜਿਹੜੀ ਸਾਡੀ ਰਹਿਤ ਮਰਿਆਦਾ ਹੈ ਉਹਦੀ ਬੁਨਿਆਦ ਹੈ। ਧਰਮ ਵਿੱਚ ਜਿਹੜੀ ਰਹਿਤ ਕੀ ਹੈ, ਸਾਡੀ ਰਹਿਤ ਇਹ ਵੇ ਕਿ ਇਹ ਕੰਮ ਕਰਨੇ ਨੇ ਤੇ ਇਹ ਨਹੀਂ ਕਰਨੇ, ਇਹ ਰਹਿਤ ਕਹਿੰਦੇ ਹਾਂ ਅਸੀਂ। ਔਰ ਇਸ ਜਿਹੜੀ ਆਸਾ ਕੀ ਵਾਰ ਹੈ ਇਹਦੇ ਵਿੱਚ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹ ਬਹੁਤ ਚੰਗੇ ਤਰੀਕੇ ਨਾਲ ਕੀਤਾ ਹੈ। ਇਸ ਸਿੱਖ ਦੀ ਮਰਿਆਦਾ ਨਾਲੋਂ ਵੀ ਜੇ ਮਾਨਵੀ ਮਰਿਆਦਾ ਕਹਿ ਲਵਾਂਗੇ ਤੇ ਬਹੁਤ ਚੰਗੀ ਗੱਲ ਹੋਵੇਗੀ। ਔਰ ਅਸੀਂ ਇਹ ਦੇਖਦੇ ਹਾਂ ਕਿ ਇਸ ਨੂੰ ਨਿਤਨੇਮ ਬਣਾਇਆ ਇਸੇ ਕਰਕੇ ਗਿਆ ਹੈ ਕਿਉਂਕਿ ਇਹ ਮਨੁੱਖ ਦੀ ਰਹਿਤ ਦੀ ਬੁਨਿਆਦ ਹੈ। ਬੰਦਾ ਹੋਣਾ ਕਿਵੇਂ ਦਾ ਚਾਹੀਦਾ ਹੈ, ਬੰਦਾ ਜਿਹੜਾ ਜਿਸ ਨੇ ਇਸ ਸੰਸਾਰ ਦੇ ਸੰਘਰਸ਼ ਵਿੱਚ, ਕਿਉਂਕਿ ਸੰਸਾਰ ਗੁਰੂ ਸਾਹਿਬ ਦੀ ਦ੍ਰਿਸ਼ਟੀ ਦੇ ਵਿੱਚ ਇਹ ਖੇਡ ਹੈ ਜਿਹਦੇ ਵਿੱਚ ਸੰਘਰਸ਼ ਹੈ,
ਸੰਘਰਸ਼ ਹੈ ਤੇ ਉਸ ਸੰਘਰਸ਼ ਦੇ ਯੋਧੇ ਸੂਰਬੀਰ ਜਿਹੜੇ ਨੇ, ਜਿੱਥੇ ਜੋਧ ਮਹਾਬਲ ਸੂਰਤ ਨੂੰ ਰਾਮ ਰਹਾ ਭਰਪੂਰ, ਯੋਧੇ ਮਹਾਬਲੀ ਸੂਰਬੀਰ ਜਿਹੜੇ ਨੇ ਇਸ ਸੰਸਾਰ ਦੇ ਵਿੱਚ ਆ ਕੇ ਸੰਘਰਸ਼ ਕਰਦੇ ਨੇ। ਉਹ ਸੰਘਰਸ਼ ਜਿਹੜਾ ਹੈ ਉਸ ਨੂੰ ਅਸੀਂ ਵਾਰ ਨਾਲ ਰਿਲੇਟ ਕੀਤਾ ਹੋਇਆ ਹੈ। ਇਸ ਕਰਕੇ ਹੁਣ ਉਹ ਜਿਹੜੇ ਯੋਧੇ ਸੂਰਬੀਰ ਨੇ ਉਹਨਾਂ ਨੂੰ ਕਿਸੇ ਨਾ, ਉਸ ਕਰਕੇ ਯੋਧੇ ਨੇ, ਇਸ ਕਰਕੇ ਸੂਰਬੀਰ ਨੇ ਕਿ ਉਹਨਾਂ ਨੇ ਦਾ ਸਾਥ ਨਹੀਂ ਹੈ ਕਿ ਇਹ ਨਹੀਂ ਜਾਣਾ ਤੇ ਜਾਣਾ ਹੈ, ਇਹ ਧਾਰਮਿਕ ਅਡਬਰ ਨਹੀਂ ਕਰਨਾ ਤੇ ਸੱਚੇ ਧਰਮ ਦੀ ਪਾਲਣਾ ਕਰਨੀ ਹੈ। ਇਹ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਸਾ ਕੀ ਵਾਰ ਦੇ ਵਿੱਚ ਸਾਨੂੰ ਦਰਸਾਇਆ ਹੈ। ਹੁਣ ਅਸੀਂ ਦੇਖੀਏ ਇੱਕ ਚੀਜ਼ ਹੋਰ ਬਹੁਤ ਧਿਆਨ ਵਾਲੀ ਹੈ, ਉਹ ਇਹ ਕਿ ਜਿੰਨੀਆਂ ਅਸੀਂ ਆਸਾ ਜਿਹੜੀਆਂ ਵਾਰਾਂ ਅਸੀਂ ਜਦੋਂ ਪੜ੍ਹਦੇ ਹਾਂ ਨਾ, ਤੇ ਇਹਨਾਂ ਵਿੱਚ ਜਿਹੜੀਆਂ ਪਹਿਲੀਆਂ ਪੌੜੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਵਾਰਾਂ ਵਿੱਚ ਤੁਸੀਂ ਦੇਖੋ ਕਿ ਉਹਨਾਂ 'ਚ ਰੁਚੀ ਹੋਏਗੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੀ, ਕ੍ਰੀਏਸ਼ਨ ਦੀ। ਜਗਤ ਦੇ ਵਿੱਚ ਜੇ ਸੰਘਰਸ਼ ਹੈ ਤਾਂ ਜਗਤ ਪਰਮੇਸ਼ਰ ਨੇ ਬਣਾਇਆ ਹੈ, ਉਸਨੇ ਇਹਦੇ ਵਿੱਚ ਸੰਘਰਸ਼ ਪੈਦਾ ਕੀਤਾ ਹੈ। ਇੱਕ ਗੱਲ ਹੋਰ ਬੜੀ ਸਵਾਦਲੀ ਹੈ ਕਿ ਜਦੋਂ ਆਸਾ ਕੀ ਵਾਰ ਕਾਰਨ ਜਦੋਂ ਕੀਤੀ ਹੈ, ਇਹਦੇ ਨਾਲ ਇੱਕ ਸਾਖੀ ਜੁੜੀ ਹੋਈ ਹੈ। ਕਿਸੇ ਮੁਸਲਮਾਨ ਫਕੀਰ ਕੋਲ ਮਹਾਰਾਜ ਜਾਂਦੇ ਨੇ ਤੇ ਉਹ ਕਹਿੰਦਾ ਵੀ, ਉਹ ਕਹਿੰਦਾ ਸਿਰਫ ਅੱਲਾ ਅੱਲਾ, ਇੱਕ ਇੱਕੋ ਸੇਵੀ ਦੂਜਾ, ਉਹਨੇ ਕਿਹਾ ਕਿ ਇੱਕ ਅੱਲਾ ਹੈ, ਲਾ ਇਲਾਹਾ ਇल्लल्लाह ਮੁਹੰਮਦ, ਦੂਜੇ ਰਸੂਲ ਨੇ। ਉਸਨੇ ਇਹ ਗੱਲ ਕਹੀ। ਉਸਨੇ ਜੋ ਇਸਲਾਮ ਦਾ ਦਵੈਤਵਾਦ ਹੈ, ਉਸਨੇ ਦਵੈਤਵਾਦ ਸਾਹਮਣੇ ਰੱਖਿਆ ਕਿ ਇਸਲਾਮ ਵਿੱਚ ਦਵੈਤਵਾਦ ਹੈ। ਹੁਣ ਇੱਥੇ ਗੱਲ ਹੋਰ ਸਮਝ ਲਈਏ ਅਸੀਂ, ਇਹਦਾ ਮਤਲਬ ਹੈ ਕਿ ਉਹ ਦਵੈਤਵਾਦੀ ਸੂਫੀ ਨਹੀਂ ਹੈ ਜਿਹਦੇ ਕੋਲ ਗੁਰੂ ਸਾਹਿਬ ਨੇ, ਉਹ ਦਵੈਤਵਾਦੀ ਸੂਫੀ ਹੈ ਜਿਹੜਾ ਸ਼ਰੀਅਤ ਨੂੰ ਮੰਨਦਾ ਹੈ, ਜਿਹੜਾ ਸੂਫੀ, ਜਿਹੜੀ ਸੂਫੀ ਨੂੰ ਅਸੀਂ ਮੇਨ ਸਟਰੀਮ ਹੀ ਕਹਿ ਲਵਾਂਗੇ, ਮਨਸੂਰ ਤੋਂ ਜਿਹੜੀ ਚੱਲ ਰਹੀ ਹੈ ਅਨਲ ਹੱਕ ਵਾਲੀ ਅਦਵੈਤਵਾਦ ਦੀ, ਉਹ ਉਸਨੂੰ ਫਾਲੋ ਨਹੀਂ ਕਰਦਾ। ਔਰ ਉਹ ਕਹਿੰਦਾ ਹੈ ਕਿ ਇੱਕ ਦੋ ਤੇ ਹਸਤੀਆਂ ਆਪਣੇ ਆਪ ਵਿੱਚ ਹੀ ਨੇ, ਅੱਲਾ ਤੇ ਦੂਜਾ ਜਿਹੜਾ ਹੈ ਅੱਲਾ ਦਾ ਰਸੂਲ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕੋ ਸੇਵੀ ਦੂਜੇ ਰਤੀ, ਕਿ ਮੈਂ ਤੇ ਇੱਕ ਨੂੰ ਮੰਨਦਾ ਵਾਂ, ਦੂਜੇ ਨੂੰ ਨਹੀਂ ਮੰਨਦਾ। ਮਤਲਬ ਇਹ ਵੇ ਕਿ ਮੈਂ ਅਦਵੈਤ ਨੂੰ ਮੰਨਦਾ, ਦਵੈਤ ਨੂੰ ਨਹੀਂ ਮੰਨਦਾ। ਔਰ ਉਸ ਅਦਵੈਤ ਨੂੰ ਕਿਵੇਂ ਪਰਿਭਾਸ਼ਿਤ ਕੀਤਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ। ਦੂਜੀ ਹੋਂਦ ਕਿਹੜੀ ਇੱਥੇ, ਦੂਈ ਕੁਦਰਤ ਸਾਜੀ ਹੈ ਕਰਿਆ ਆਸਣ ਡਿਠੋ ਜਾਓ। ਕਹਿੰਦੇ ਦੂਈ ਕੁਦਰਤ ਸਾਨੂੰ ਨਜ਼ਰ ਆਉਂਦੀ ਹੈ ਜੋ ਉਹਦੀ ਸਾਜਨਾ ਹੈ, ਜੋ ਉਸਨੇ ਸਿਰਜਣਾ ਕੀਤੀ ਹੈ। ਪਰੰਤੂ ਸਿਰਜਣਾ ਵਿੱਚ ਹੈ ਕਿ ਆਪਣੀ ਸਿਰਜਣਾ ਕੀ ਹੈ, ਉਸਦੀ ਸਿਰਜਣਾ ਕੀ, ਉਸਨੇ ਆਪਣੇ ਆਪ ਨੂੰ ਬਣਾਇਆ। ਜੇ ਆਪਣੇ ਆਪ ਨੂੰ ਬਣਾਇਆ ਹੈ ਤਾਂ ਜਗਤ ਹੁੰਦਿਆਂ ਹੋਇਆਂ ਵੀ ਜਗਤ ਪਰਮੇਸ਼ਰ ਹੀ ਹੈ। ਇਸ ਕਰਕੇ ਦੋ ਹੋਂਦ ਨਹੀਂ ਹਨ, ਹੋਂਦ ਇੱਕ ਹੈ। ਇਹ ਜਿਹੜੀ ਸਾਡੀਆਂ ਵਾਰਾਂ ਦੀ ਇੱਕ ਜਿਹੜੀ ਬੁਨਿਆਦ ਹੈ ਉਹ ਇਸ ਗੱਲ ਉੱਤੇ ਹੈ। ਸੰਸਾਰ ਦੇ ਵਿੱਚ ਸੰਘਰਸ਼ ਹੈ, ਸੰਘਰਸ਼ ਮਨਮੁਖ ਤੇ ਗੁਰਮੁਖ ਦਾ ਵੀ ਹੈ, ਸੰਘਰਸ਼ ਆਪਣੇ ਮਨ ਨਾਲ ਵੀ ਹੈ। ਪਰੰਤੂ ਸੰਘਰਸ਼ ਹੁੰਦਿਆਂ ਹੋਇਆਂ ਵੀ ਹੋਂਦ ਦੀ ਅਨੇਕਤਾ ਸਿੱਖੀ ਵਿੱਚ ਨਹੀਂ ਹੈ, ਹੋਂਦ ਦੀ ਏਕਤਾ ਸਿੱਖੀ ਦੀ ਬੁਨਿਆਦ ਵਿੱਚ ਹੈ, ਜਿਹੜੀ ਬਹੁਤ ਸਮਝਣ ਦੀ ਸਾਨੂੰ ਲੋੜ ਹੈ। ਤੋ ਗੁਰੂ ਸਾਹਿਬ ਨੇ ਇੱਕ ਤਾਂ ਜਗਤ ਦੀ ਸਿਰਜਣਾ ਬਾਰੇ ਕਹਿਤਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ, ਦੂਈ ਕੁਦਰਤ ਸਾਜੀ ਕਰੇ ਆਸਣ ਡਿਠੋ ਜਾਓ। ਕਹਿੰਦੇ ਇਹਦੇ ਵਿੱਚ ਉਹ ਤੇ ਆਪਣਾ ਆਸਣ ਲਾ ਕੇ ਜਮਾ ਕੇ ਬੈਠਾ ਹੋਇਆ ਹੈ, ਇਸ ਕਰਕੇ ਉਹਦੇ ਤੋਂ ਕਿਵੇਂ ਕੀਤਾ ਜਾ ਸਕਦਾ ਹੈ, ਕਰੇ ਆਸਣ ਡਿਠੋ ਜਾਓ। ਦੂਈ ਕੁਦਰਤ ਸਾਜੀ ਕਰ ਆਸਣ ਡਿਠੋ ਜਾਓ, ਦਾਤਾ ਕਰਤਾ ਆਪ ਤੂੰ ਜਿਵੇਂ ਕਰੇ ਪਸਾਓ, ਤੂੰ ਜਾਣੋ ਇਹੀ ਸਭ ਸਹਿ ਦੇ ਲੈਸੈਂ ਜਿੰਦ ਕਵਾਓ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਪਹਿਲੀ ਪੌੜੀ। ਹੁਣ ਜਿਹੜਾ ਜਗਤ ਬਣਾਇਆ ਹੈ ਉਹਦਾ ਸਰੂਪ, ਕਿਉਂਕਿ ਖਾਸ ਕਰਕੇ ਭਾਰਤ ਵਿੱਚ ਤੇ ਜਿਹੜੇ ਸੰਨਿਆਸੀ ਸਨ, ਤਿਆਗੀ ਸਨ, ਤੇ ਇੱਥੇ ਜਗਤ ਕੂੜ ਹੈ, ਜਗਤ ਕੂੜ ਹੈ, ਜਗਤ ਕੂੜ ਹੈ, ਇਹ ਹੀ ਸਾਰੇ ਸੰਸਾਰ ਹੁੰਦਾ ਸੀ। ਇਹ ਸਭ ਮਹਾਤਮਾ ਬੁੱਧ ਜੀ ਨੇ ਪੜਾਇਆ, ਇਹ ਮਹਾਵੀਰ ਜੈਨ ਜੀ ਨੇ ਪੜਾਇਆ, ਜਿਤਨੇ ਤੀਰਥੰਕਰ ਹੋਏ ਨੇ ਇਹ ਸਭ ਕਰਨ ਦੀ ਲੋੜ ਤਾਂ ਹੈ ਜੇ ਜਗਤ ਝੂਠਾ ਹੈ। ਜੇ ਜਗਤ ਜਗਤ ਝੂਠਾ ਨਹੀਂ ਹੈ ਤਾਂ ਛੱਡਣ ਦੀ ਲੋੜ ਹੀ ਨਹੀਂ ਹੈ। ਘਰ ਗ੍ਰਸਤੀ ਅਗਰ ਝੂਠੀ ਨਹੀਂ ਹੈ ਤਾਂ ਇਸ ਦੀ ਤਿਆਗ ਦੀ ਲੋੜ ਨਹੀਂ ਹੈ। ਤੋ ਇਸ ਕਰਕੇ ਜਿਹੜਾ ਤਿਆਗਵਾਦ ਸੀ ਇੱਥੋਂ ਦਾ, ਹਿੰਦੁਸਤਾਨ ਦਾ, ਯੋਗੀਆਂ ਦਾ, ਨਾਥਾਂ ਦਾ ਔਰ ਬੁੱਧਿਜ਼ਮ ਦਾ, ਜੈਨਿਜ਼ਮ ਦਾ, ਇਹਨਾਂ ਨੇ ਲੋਕਾਂ ਨੂੰ ਜਿਹੜਾ ਸਬਕ ਪੜ੍ਹਾਇਆ ਉਹ ਇੱਕੋ ਹੀ ਪੜ੍ਹਾਇਆ ਕਿ ਜਗਤ ਸਭ ਝੂਠ ਹੈ। ਜੇ ਝੂਠ ਮੰਨ ਲਈਏ ਸਭ ਤੋਂ ਪਹਿਲੀ ਗੱਲ ਤੇ ਨੁਕਸਾਨ ਕਿੱਥੇ ਹੁੰਦਾ ਹੈ
ਕਿ ਨੁਕਸਾਨ ਹੁੰਦਾ ਕਿ ਫਿਰ ਇਹਦੇ ਚ ਰੱਬ ਨਹੀਂ ਹੈ। ਔਰ ਸੱਚੀ ਗੱਲ ਇਹ ਹੈ ਕਿ ਨਾ ਤੇ ਯੋਗ ਪਰਮੇਸ਼ਰ ਨੂੰ ਚੰਗੇ ਦ੍ਰਿੜ ਇਰਾਦੇ ਨਾਲ ਮੰਨਦਾ ਸੀ, ਨਾ ਜੈਨ ਮੰਨਦੇ ਸਨ ਤੇ ਨਾ ਹੀ ਬੁੱਧ ਮੰਨਦੇ ਸਨ। ਕਿਉਂਕਿ ਜੇ ਰੱਬ ਇਹਦੇ ਵਿੱਚ ਵਿਰਾਜਮਾਨ ਹੋਵੇ ਫਿਰ ਇਸ ਨੂੰ ਝੂਠਾ ਕਹਿਣਾ ਔਖਾ, ਫਿਰ ਇਸ ਨੂੰ ਸੱਚਾ ਕਹਿਣਾ ਪਏਗਾ। ਕਿਉਂਕਿ ਇਹ ਜਗ ਸੱਚੇ ਕੀ ਹੈ, ਕੋਲ ਸੱਚੇ ਕਾ ਵਿਚਵਾਸ, ਫਿਰ ਤੋਂ ਬਾਸਾ ਹੈ, ਫਿਰ ਇਸ ਨੂੰ ਝੂਠਾ ਕਿਵੇਂ ਆਖ ਸਕਦੇ ਹਾਂ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਸਿਰਜਣਾ ਹੈ, ਕਾਇਨਾਤ ਹੈ, ਉਹ ਦੂਜੀ ਪੌੜੀ ਦੇ ਨਾਲ ਹੀ ਜਿਹੜਾ ਨਾ ਸੱਚੇ ਤ੍ਰਿਖੰਡ, ਸੱਚੇ ਬ੍ਰਹਮੰਡ, ਸੱਚੇ ਤ੍ਰਿਲੋਕ, ਸੱਚੇ ਆਕਾਰ, ਸੱਚੇ ਤੇ ਕਰਨੇ, ਹਰ ਚੀਜ਼ ਸੱਚ ਹੈ। ਸਤ 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 ਸਤ, ਸਭ ਕੁਝ ਸੱਚ। ਸਾਨੂੰ ਇਹ ਸਬਕ ਪੜਾਇਆ ਗਿਆ। ਮਹਾਤਮਾ ਬੁੱਧ ਜੀ ਨੇ ਸੰਸਾਰ ਨੂੰ ਕੀ ਪੜਾਇਆ ਸੀ? ਸਰਵਮ ਦੁਖਮ, ਸਭ ਦੁੱਖ ਹੀ ਦੁੱਖ ਹੈ। ਗੁਰੂ ਨਾਨਕ ਦੇਵ ਆਨੰਦ ਵਸਦਾ ਹੈ। ਇਸ ਕਰਕੇ ਜਗਤ ਦੇ ਵਿੱਚ ਦੁੱਖ ਨਹੀਂ ਹੈ, ਸੁੱਖ ਹੈ। ਦੁੱਖ ਨਹੀਂ, ਸਭ ਸੁੱਖ ਹੀ ਹੈ। ਨੇ ਸੁੱਖ ਬਿਖੇਰਿਆ ਪਿਆ। ਬਸ ਹੁਣ ਇਹ ਹੈ ਕਿ ਹੰਸ ਬਣ ਕੇ ਸੁੱਖ ਚੁਗਣਾ ਪਵੇਗਾ। ਜਦੋਂ ਤੱਕ ਆਪਣੀ ਪ੍ਰਵਿਰਤੀ ਸੱਤ ਵਾਲੀ ਨਹੀਂ ਬਣੀ, ਜਦੋਂ ਤੱਕ ਆਪਣੀ ਪ੍ਰਵਿਰਤੀ ਸਹਿਜ ਵਾਲੀ ਨਹੀਂ ਬਣੀ, ਸੁੱਖ ਮੌਜੂਦ ਹੁੰਦਿਆਂ ਹੋਈ हेलो हेलो हाँ जी सर, आ रही है डॉक्टर साहब आवाज? हाँ, वीडियो में बंद करती है क्योंकि नेटवर्क कट आ रहे हैं ना, तो वीडियो में बंद करती है। ठीक है। तो मैं बेनती कर रहा सी कि गुरु साहब ने संसार नू सत स्वरूप दसिया है और बड़ी दृढ़ता ना, और ये नहीं क्या कि इन्ना को सच है, नहीं, सच्चे तेरे खंड, सच्चे आकार, सच्चे तेरे करने, सर्व विचार, सच्चा तेरा अमर, सच्चा दीवान, सच्चा तेरा हुक्म, सच्चा फरमान, हर चीज रूप करती महाराज जी। और गुरु अंगद देव महाराज जी ने जिवें सरदार हरिंदरपाल सिंह जी ने दसिया सी आपकी ना कि आशा की वार विच 24 पौड़ियां नाल 59 कुछ श्लोक लगे ने, जिन्हां विचों 15 श्लोक सतगुरु गुरु अंगद देव महाराज सच्चे पातशाह, गुरु अंगद देव महाराज जी ने श्लोक ही उच्चारण किए हैं। कई बार सवाल पैदा हो जाता है जेडे कई बार असीं इहनूं 60 श्लोक क्यों गिनते हैं? 60 इस करके गिनते हैं कि जेड़ा एक श्लोक बलिहारी कुदरत वसिया तेरा अंत ना जाए लखिया, उहदे विच की है कि उहदे विच श्लोक दा नंबर हुण किवें 2 हो गया। श्लोक सानू पढ़न नूं ते 1 लगदा है, परंतु नंबरिंग 2 की हुई है। ने कई 59 इसनूं भी समझण दी लोड़ है सानू भी 59 ते 60 दा क्यों होया है। हुण एक चीज होर सवाल कदे कदे तुहाडे सामने आवेगा कि 15 श्लोक गुरु अंगद देव जी ने, परंतु श्लोक भी महले पहले के लिखे। श्लोक तो पहले महल दे, दूजे महल दे श्लोकां दा जिक्र नहीं है इस लेख दे विच। श्लोक भी महले पहले के लिखे। तो ये मैं बेनती करांगा कि सारे श्लोक जिहड़े गुरु अंगद देव महाराज जी दे ने, वो सारे दे सारे श्री गुरु नानक देव महाराज जी दी बाणी दी व्याख्या है। वो नवा विचार लैके नहीं आउंदे। जे महाराज सच्चे ब्रह्मण कहंदे ने देव उसनूं दृढ़ करन वास्ते कहंदे ने कि जग इस पासे के गुरु अंगद देव फिर अपने वालों जो गुरु नानक देव जी ने कहा उसी नूं दृढ़ करवाते हैं कि चाकर इहो जिहा होना चाहिए। असीं श्लोक जदों मिलान करांगे तां अपने आप सब कुछ स्पष्ट हो जाएगा। एक सवाल रहेगा तुहाडे मन दे विच कि जे जगत सत स्वरूप है तां कूड़ क्यों क्या है? कूड़ राजा, कूड़ मंडप, कूड़ माड़ी, कूड़ वैसन हाथ, कूड़ सोना, कूड़ रूपा, कूड़ रूपपात, ये कूड़ क्यों क्या? कूड़ एक मनमुखी दृष्टि है, कूड़ है नहीं। झूठ होंदा नहीं है। झूठ तां भासदा है साडी अपनी मनोवृत्ति करके। झूठ भासदा, झूठ है नहीं। चानन है, हनेरा नहीं है। हनेरा सिर्फ भासमान है, प्रतीत हुंदा है नहीं। इसे तरह
ਜਗਤ ਜਿਹੜਾ ਹੈ ਉਹ ਕੂੜ ਨਹੀਂ ਹੈ। ਕੂੜ ਸਿਰਫ ਕੀ ਹੈ ਕਿ ਜਦੋਂ ਸਾਡੀਆਂ ਪ੍ਰਵਿਰਤੀਆਂ ਜਿਹੜੀਆਂ ਨੇ ਉਹ ਸੱਚ ਤੇ ਹੀ ਟਿਕੀਆਂ ਹੋਈਆਂ, ਉਸ ਵੇਲੇ ਸਾਡੇ ਸਾਹਮਣੇ ਉਹਦਾ ਜਿਹੜਾ ਕੂੜ ਰੂਪ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਇਹ ਸਾਡੀ ਆਪਣੀ ਮਨ ਦੀ ਪ੍ਰਵਿਰਤੀ ਹੈ। ਰੱਬ ਨੇ ਜਿਹੜਾ ਜਗਤ ਨੂੰ ਬਣਾਇਆ ਉਹ ਸਤ ਸਰੂਪ ਬਣਾਇਆ, ਇਸੇ ਕਰਕੇ ਉਸਨੂੰ ਸਤ ਚਿਤ ਆਨੰਦ, ਸੱਚਿਦਾ ਆਨੰਦ ਉਹਨੂੰ ਤਾਂ ਹੀ ਕਹਿੰਦੇ। ਉਸਨੇ ਸਤ ਬਣਾਇਆ ਹੈ, ਉਸਨੇ क्रियाशील बनाया है, और तीसरी चीज आनंद बनाया है, आनंदमय। हेलो, हाँ जी, हाँ जी, ठीक है डॉक्टर साहब, हुण ਤੁਹਾਡੀ ਆਵਾਜ਼ ਆ ਰਹੀ ਜਦੋਂ ਹੈ। ਅਸੀਂ ਤੀਜੀ ਪੌੜੀ ਤੇ ਸਾਡੀ ਗੱਲ ਕਰਕੇ ਅਗਲਾ ਕਹਿੰਦੇ ਨੇ, ਅਗਲਾ ਫਿਰ ਜਗਤ ਦਾ ਰੂਪ ਦੱਸਦੇ ਨੇ। ਇਹ ਸਤ ਸਰੂਪ ਵੀ ਹੈ। ਇਹਦੇ ਕੀ ਸਭ ਕੁਝ ਵਿਸਮਾਦ ਹੀ ਵਿਸਮਾਦ, ਹਰ ਚੀਜ਼ ਵਿਸਮਾਦ ਹੈ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਚੰਦ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ, ਸਭ ਕੁਝ ਵਿਸਮਾਦ, ਹਰ ਚੀਜ਼ ਆਨੰਦਮਈ ਹੈ। ਮਤਲਬ ਇਹ ਵੇ, ਇਹ ਅਸੀਂ ਜਦੋਂ ਇਸ ਚੀਜ਼ ਨੂੰ ਅਸੀਂ ਰਿਲੇਟ ਕਰਾਂਗੇ ਧਰਮਸ਼ਾਲ ਵਾਲੀ ਪੌੜੀ, ਧਰਮਖੰਡ ਵਾਲੀ ਪੌੜੀ ਜਿਹੜੀ ਹੈ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ? ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਤਿਸ ਵਿੱਚ ਜੀ ਜੁਗਤੀ ਕੇ ਰੱਖ। ਕਮਾਲ ਕਰ ਛੱਡੀ ਮਹਾਰਾਜ ਨੇ। ਕਹਿੰਦੇ ਇੰਨਾ ਸੁਖਦ ਵਾਤਾਵਰਨ ਉਸਨੇ ਬਣਾਇਆ। ਰਾਤ ਨੂੰ ਆਰਾਮ ਕਰੋ, ਦਿਨ ਨੂੰ ਕੰਮ ਕਰੋ, ਫਿਰ ਟਾਈਮ ਦੀ ਕੈਲਕੂਲੇਸ਼ਨ ਦਾ ਪ੍ਰਬੰਧ ਕੀਤਾ। ਫਿਰ ਉਸਨੇ ਪੌਣ ਪਾਣੀ ਬਸੰਤਰ, ਇਹ ਸਾਰੇ ਸਾਡੀਆਂ ਜਿਹੜੀਆਂ ਜੀਵਨ ਨੂੰ ਸਪੋਰਟ ਕਰਨ ਵਾਲੀਆਂ ਚੀਜ਼ਾਂ ਨੇ ਬਣਾਈਆਂ। ਤੇ ਫਿਰ ਕਹਿੰਦੇ ਜੀਵ ਤੇ ਮਗਰੋਂ ਪੈਦਾ ਕੀਤਾ। ਪਹਿਲਾਂ ਤੇ ਸਾਰਾ ਵਾਤਾਵਰਨ ਬਣਾਇਆ ਜਿੱਥੇ ਜੀਵ ਸੁਖਮਈ ਤਰੀਕੇ ਨਾਲ ਰਹਿ ਸਕੇ। ਤੋ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਗਤ ਜਿਹੜਾ ਹੈ ਇਹ ਬਹੁਤ ਵਿਸਮਾਦਮਈ ਹੈ। ਉਹਦੀ ਕ੍ਰੀਏਸ਼ਨ ਵਿਸਮਾਦ ਨਾਂਗੇ ਫਿਰ ਵਿਖਣ। ਕਹਿੰਦੇ ਅਸੀਂ ਵਸਤਰ ਪਹਿਨ ਕੇ ਫਿਰਦੇ ਹਾਂ, ਪਰੰਤੂ ਕੁਝ ਜੰਤੂ ਨੇ, ਜੀਵ ਜੰਤੂ ਨੇ, ਉਹ ਵਿੱਚ ਸਰਦੀ ਵਿੱਚ ਬਿਨਾਂ ਵਸਤਰਾਂ ਦੇ ਰਹਿ ਰਹੇ ਨੇ। ਉਹ ਕਹਿੰਦੇ ਨੇ ਇਹ ਵੀ ਵਿਸਮਾਦ ਹੈ ਨਾ, ਉਹ ਵੀ ਆਨੰਦ ਵਿੱਚ ਨੇ। ਉਹ ਇਹ ਨਹੀਂ ਕਿ ਉਹਨਾਂ ਨੂੰ ਗਰਮੀ, ਜਿੰਨੀ ਗਰਮੀ ਸਰਦੀ ਤੋਂ ਸਿਆਣਾ ਹੋਣੇ। ਮਹਾਰਾਜ ਕਹਿੰਦੇ ਨੇ ਕਿ ਇਹ ਜਗਤ ਜਿਹੜਾ ਹੈ ਇਹ ਸਤ ਸਰੂਪ ਹੈ। ਔਰ ਅਗਲੀ ਗੱਲ ਇਹਦੀ ਜਿਹੜੀ ਹੈ ਕਿ ਇਹਦੇ ਵਿੱਚ ਵਿਸਮਾਦ ਹੈ। ਫਿਰ ਕਹਿੰਦੇ ਨੇ ਕਿ ਇਹ ਇੱਕ ਆਰਡਰ ਵਿੱਚ ਹੈ, ਇੱਕ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਕੋਕਰੇ ਵੀ ਚਲਤਨਾ, ਸਾਰਾ ਕੁਛ ਭੈ ਵਿੱਚ ਹੈ, ਭੈ ਵਿੱਚ ਹੈ, ਭੈ ਵਿੱਚ ਹੈ, ਭੈ ਵਿੱਚ ਹੈ। ਸਿਰਫ ਇੱਕ ਪਰਮਾਤਮਾ ਹੀ ਹੈ ਜਿਹੜਾ ਕਿ ਨਿਰਭਉ ਹੈ। ਭੈ ਵਿੱਚ ਹੈ। ਇਹ ਮੈਸੇਜ ਇਹ ਦੇਣਾ ਹੈ ਕਿ ਭੈ ਕਿਉਂ ਹੈ? ਭੈ ਜਗਤ ਦੇ ਵਿੱਚ ਆਰਡਰ, ਇਹਦੀ ਵਿਵਸਥਾ ਠੀਕ ਰੱਖਣ ਵਾਸਤੇ ਹੈ। ਔਰ ਆਈਡੀਅਲ ਮਨੁੱਖ ਉਹ ਹੈ ਜਿਹੜਾ ਕਿ ਵਿਵਸਥਾ ਦੇ ਬੰਧਨ ਵਿੱਚ ਰਹਿੰਦਾ ਹੈ, ਜਿਹੜਾ ਇਸ ਨੂੰ ਤੋੜਦਾ। ਜਿਹੜਾ ਕਿ ਅਸੀਂ ਸ਼ੁਰੂ ਵਿੱਚ ਜਦੋਂ ਮਹਾਰਾਜ ਜੀ ਨੇ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ, ਹੁਕਮੇ ਰਜਾਈ ਚਲਣਾ ਨਾਨਕ ਲਿਖਿਆ। ਇਹ ਜਗਤ ਦੀ ਜਿਹੜੀ ਪ੍ਰਕਿਰਤੀ ਹੈ ਇਹਦੇ ਵਿੱਚ ਪਾਇਆ ਹੋਇਆ ਹੈ ਕਿ ਇਸ ਜਗਤ ਦੇ ਵਿੱਚ ਹਰ ਚੀਜ਼ ਨੇ ਆਰਡਰ ਵਿੱਚ ਵਿਵਸਥਿਤ ਤਰੀਕੇ ਨਾਲ ਕਰਨਾ। ਔਰ ਜਿਹੜਾ ਤਰੀਕੇ ਨਾਲ ਸੰਜਮ ਨਾਲ ਨਹੀਂ ਚੱਲਦਾ, ਅਨੁਸ਼ਾਸਨ ਵਿੱਚ ਨਹੀਂ ਚੱਲਦਾ, ਉਹ ਮਨਮੁਖ ਹੈ। ਔਰ ਜਿਹੜਾ ਸਚਿਆਰ ਪੁਰਖ ਹੈ ਉਹ ਹੈ ਜਿਹੜਾ ਕਿ ਇਸ ਜਗਤ ਵਿੱਚ ਆ ਕੇ ਇੱਕ ਮਰਿਆਦਾ ਪੂਰਵਕ ਜੀਵਨ ਜਿਉਂਦਾ ਹੈ। ਮਰਿਆਦਾ ਪੂਰਵਕ ਜੀਵਨ ਹੋਵੇ, ਇਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭੈ ਵਾਲੀਆਂ ਪੌੜੀਆਂ ਜਿਹੜੀਆਂ ਨੇ ਉਹ ਸਾਡੇ ਨਾਲ ਸਾਂਝੀਆਂ ਨੇ। ਜਿਹੜੀ ਆਸਾ ਕੀ ਵਾਰ ਹੈ ਇਹਦੇ ਵਿੱਚ ਚੀਜ਼ ਬਹੁਤ ਧਿਆਨ ਦੇਣ ਵਾਲੀ ਹੈ ਵੀ ਜਿਹੜਾ ਪਾਖੰਡ ਤੇ ਕਰਮ ਕਾਂਡ, ਇਹਦਾ ਬਹੁਤ ਸਖਤ ਨਿਖੇਧ ਜਗ੍ਹਾ ਜਗ੍ਹਾ ਤੇ ਪਾਣੀ ਵਿੱਚ ਕੀਤਾ ਹੋਇਆ। ਧਰਮ ਵਪਾਰ ਕਿਵੇਂ ਬਣ ਜਾਂਦਾ ਹੈ, ਔਰ ਕੀ ਜਿਹੜਾ ਹੈ ਧਾਰਮਿਕ ਲੋਕਾਂ ਦਾ ਵਿਵਹਾਰ ਕਿਵੇਂ ਦਾ ਹੁੰਦਾ ਹੈ, ਕਿਸ ਤਰੀਕੇ ਨਾਲ ਪੈਸੇ ਇਕੱਠੇ ਕਰਨ ਵਾਸਤੇ ਕਿਆ ਪਖੰਡ ਕਰਦੇ ਨੇ, ਉਹ ਮਹਾਰਾਜ ਜੀ ਨੇ ਵਰਣਨ ਕੀਤਾ ਹੈ। ਇਹਦੇ ਨੇ ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾ ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰਨ, ਕੀਤੇ ਨੱਚੇ ਮੰਗਤੇ। ਇਹ ਮੰਗਣ ਵਾਲੇ ਨੇ ਤੇ ਰਾਮ ਦੀ ਤੇ ਉਹ ਜਿਹੜੀ ਹੈ ਕ੍ਰਿਸ਼ਨ ਦੀ ਲੀਲਾ ਕਰਦੇ ਫਿਰਦੇ ਨੇ, ਕਿੜਮੁੜ ਪੂਰੇ ਤਾਲ ਬਾਜ਼ਾਰੀ। ਇਹ ਧਰਮ ਦੀ ਮਾਰਕੀਟਿੰਗ ਕਰਨ ਵਾਲੇ ਬੰਦੇ ਨੇ। ਬਾਜ਼ਾਰੀ ਬਾਜ਼ਾਰ ਮੈਂ ਬਾਜ਼ਾਰ ਕੇ ਬੈਠੇ ਨੇ।
ਇੱਕ ਚੀਜ਼ ਹੋਰ, ਗਿਆਨ ਕਲੀ ਢੂੰਡੀ ਹੈ ਕਥਨ ਨਾ ਕਰਨਾ, ਐਵੇਂ ਤੋਂ ਗਿਆਨ ਨਹੀਂ ਮਿਲਦਾ। ਕਰਨਾ ਬਹੁਤ ਔਖਾ ਹੈ, ਬਹੁਤ ਮੁਸ਼ਕਲ ਹੈ। ਕਰਮ ਮਿਲੇ ਤਾਂ ਭਾਈ ਹੋਰ ਹਿਕਮਤ ਹੋਰ ਨਹੀਂ ਕੋਈ ਯਤਨ ਚੱਲਦਾ। ਜੇ ਵਾਹਿਗੁਰੂ ਪੇਸ਼ ਕਰਕੇ ਗਿਆਨ ਦੇਵੇ ਤਾਂ ਗਿਆਨ ਮਿਲਦਾ ਹੈ, ਮੈਂ ਇਹ ਨਹੀਂ ਮਿਲਦਾ। ਫਿਰ ਅੱਗੇ ਪਾਇਨ ਚੇਲੇ ਨਚਨ ਗੁਰ ਪੈਰ ਹਲਾਇਨ, ਫੇਰ ਸੇ ਡਰਾਵਾ ਝਾਟਾ ਪਾਏ, ਵੇਖੇ ਲੋਕ ਅਸੈ ਕਰ ਜਾਏ। ਇਹ ਸਾਰੇ ਇਹ ਕਿਸੇ ਇੱਕ ਸੰਪਰਦਾਇਕ ਫਿਰਕੇ ਤਾਂ ਨਹੀਂ, ਸਭ ਐਸੇ ਹੀ ਵਿਵਹਾਰ ਦੇ ਵਿੱਚ ਨੇ। ਚਾਹੇ ਕੋਈ ਕਾਜੀ ਮੁੱਲਾ ਹੈ, ਚਾਹੇ ਕੋਈ ਪੰਡਿਤ ਹੈ, ਤੇ ਚਾਹੇ ਸਾਡੇ ਗ੍ਰੰਥੀ ਸਾਹਿਬਾਨ ਤੇ ਭਾਈ ਸਾਹਿਬਾਨ ਹਨ, ਉਹ ਵੀ ਪੋਤੇ ਇਸੇ ਤਰ੍ਹਾਂ ਹੀ ਧਰਮ ਦੀ ਮਾਰਕੀਟ ਵਿੱਚ ਸਜਾ ਕੇ, ਗਿਆਨ ਕੋਈ ਨਹੀਂ ਹੈ, ਬਸ ਧਰਮ ਦੀ ਮਾਰਕੀਟ ਜਿਹੜੀ ਹੈ ਉਹਦੇ ਵਿੱਚ ਧਰਮ ਦਾ ਕਾਰੋਬਾਰ ਜਿਹੜਾ ਹੈ ਉਹ ਚਲਾ ਕੇ ਆਪਣੀ ਜਿਹੜੀ ਪੇਟ ਪਾਲਣਾ ਕਰ ਰਿਹਾ ਹੈ। ਇਹ ਗੱਲ ਹੋਰ ਮਹਾਰਾਜ ਜਿਹੜੇ ਨੇ 6ਵੀਂ ਪੌੜੀ ਦੇ ਨਾਲ ਸ਼ਲੋਕ, ਮੁਸਲਮਾਨਾਂ ਸਿਫ ਸਰੀਅਤ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਵਿਖਾਰ। ਇਹ ਜਿਹੜਾ ਧਾਰਮਿਕ ਅਹੰਕਾਰ ਹੈ ਨਾ, ਮੁਸਲਮਾਨ ਕਹਿੰਦਾ ਕਿ ਜੋ ਸਾਡੀ ਸ਼ਰੀਅਤ ਬਸ ਇਹਦੇ ਵਰਗਾ ਕੋਈ ਨਹੀਂ। ਉਹ ਪੜ ਕੇ ਸ਼ਰੀਅਤ ਕਹਿਣਗੇ, ਬਸ ਜਿਹੜਾ ਸ਼ਰੀਅਤ ਦੇ ਬੰਧਨ ਵਿੱਚ ਆ ਗਿਆ ਉਹ ਹੀ ਆਈਡੀਅਲ ਮਨੁੱਖ ਹੈ। ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ, ਅੱਲਾਹ ਦਾ ਦਰਬਾਰ ਮਿਲਣਾ ਹੀ ਉਹਨੂੰ ਹੈ ਜਿਹੜਾ ਸ਼ਰੀਅਤ ਵਿੱਚ ਆ ਗਿਆ। ਫਿਰ ਕਹਿੰਦੇ ਹਿੰਦੂ ਨੇ, ਹਿੰਦੂ ਸਾਲਾਹਨ ਦਰਸ਼ਨ ਰੂਪ ਵਪਾਰ। ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਖੱਟ ਦਰਸ਼ਨ ਨੇ, ਇਹਨਾਂ ਦਾ ਮੁਕਾਬਲਾ ਤੇ ਕੋਈ ਦੂਜਾ ਧਰਮ ਕਰ ਹੀ ਨਹੀਂ ਸਕਦਾ। ਇਸ ਕਰਕੇ ਜੇ ਕਿਸੇ ਨੇ ਰੱਬ ਤੱਕ ਪਹੁੰਚਣਾ ਤਾਂ ਕਿਵੇਂ ਉਹ ਤੀਰ ਸਨਾਵੇਂ, ਅਰਚਾ ਪੂਜਾ ਅਗਰਵਾਸ ਬੈਕਾਰ। ਫਿਰ ਅੱਗੇ ਕਹਿੰਦੇ ਜੋਗੀ ਸੁਨ ਧਿਆਨ ਜਿੱਤੇ। ਜੋਗੀ ਕਹਿੰਦੇ ਨੇ ਕਿ ਜਿਹੜੀ ਪਰਮ ਅਵਸਥਾ ਸ਼ੂਨਯਤਾ ਹੈ, ਇਹ ਹੋਰ ਕਿਸੇ ਨੂੰ ਸਮਝ ਵਿੱਚ ਨਹੀਂ ਆਈ। ਤਾਂ ਸਾਨੂੰ ਸੁਣਨ ਨੂੰ ਪ੍ਰਾਪਤ ਕਰਨਾ, ਸ਼ੂਨਯਤਾ ਵਿੱਚ ਮਨ ਚਿੱਤ ਨੂੰ ਲਿਜਾਣਾ, ਇਹ ਸਿਰਫ ਸਾਨੂੰ ਆਉਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸਭ ਧਾਰਮਿਕ ਅਹੰਕਾਰ ਹੈ। ਗੁਰੂ ਜੀ ਕਹਿੰਦੇ ਨੇ ਸਤੀਆਂ ਮਨ ਸੰਤ ਤੋਖ ਉਪਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸੈਸਾ ਗੁਨਾ ਸੋ ਕਰੇ, ਚੋਰਾਂ ਜਾਰਾਂ ਤੇ ਕੁੜਿਆਰਾਂ ਖਾਰਾ ਬਣ ਵੇਕਾਰ, ਇੱਕ ਹੁੰਦਾ ਖਾਏ ਚਲੇ ਥਾਉ ਤਿਨਾ ਵੀ ਖਾਏਗਾ। ਓਏ ਜੇ ਆਖੇ ਸੋ ਤੂੰ ਹੈ ਜਾਣਾ, ਤਿਨਾ ਵੀ ਤੇਰੀ ਸਾਖ। ਇਹਨਾਂ ਦੇ ਅੰਦਰ ਦੀ ਅਵਸਥਾ ਇਹ ਜਿਹੜੇ ਡਿਕਲੇਅਰ ਕਰਦੇ ਨੇ ਨਾ ਕਿ ਸਾਡਾ ਧਰਮ ਚੰਗਾ, ਸਾਡਾ ਪੰਥ ਚੰਗਾ ਹੈ, ਕਹਿੰਦੇ ਇਹਨਾਂ ਦਾ ਅੰਦਰ ਕੀ ਹੈ? ਇਹ ਤਾਂ ਪਰਮੇਸ਼ਰ ਜੀ ਤੁਸੀਂ ਜਾਣ ਵੀ ਇਹ ਕਹਿੰਦੇ ਕੀ ਨੇ ਕਿ ਇਹਨਾਂ ਦੇ ਅੰਤਰ ਆਤਮਾ ਵਿੱਚ ਕੀ ਹੈ? ਨਾਨਕ ਭਗਤਾ ਭੁੱਖ ਸਲਾਹਨ, ਸੱਚ ਨਾਮ ਆਧਾਰ। ਕਿੰਨੀ ਉੱਤਮ ਗੱਲ ਕਰਦੀ। ਕਹਿੰਦੇ ਜਿਹੜੇ ਭਗਤ ਨੇ, ਜਿਨ੍ਹਾਂ ਨੇ ਪਰਮੇਸ਼ਰ ਦਾ ਪੱਲਾ ਪਕੜਿਆ ਹੋਇਆ, ਉਹ ਕੀ ਕਰਦੇ ਨੇ? ਉਹਨਾਂ ਦੀ ਇਹ ਪ੍ਰਵਿਰਤੀ ਨਹੀਂ ਹੁੰਦੀ ਕਿ ਮੇਰਾ ਧਰਮ ਚੰਗਾ ਹੈ ਤਾਂ ਮਾੜਾ ਹੈ, ਕੋਈ ਕਦੇ ਨਹੀਂ ਕਰਦਾ। ਉਹ ਤੇ ਸਿਫਤ ਸਲਾਹ ਵਿੱਚ ਲੱਗਿਆ ਰਹਿੰਦਾ, ਹਰ ਇੱਕ ਦੀ ਪ੍ਰਸ਼ੰਸਾ ਹੀ ਕਰਦਾ ਹੈ। ਨਾਨਕ ਭਗਤਾਂ ਭੁੱਖ ਸਲਾਹਨ, ਪ੍ਰਸ਼ੰਸਾ ਕਰਨੀ ਹੈ, ਦੂਜੇ ਦੀ ਨਿੰਦਿਆ ਨਹੀਂ ਕਰਨੀ। ਆਪਣੇ ਪੰਥ ਦਾ ਤੇ ਆਪਣੇ ਆਪ ਦਾ ਅਭਿਮਾਨ ਲੋਕਾਂ ਸਾਹਮਣੇ ਪ੍ਰਗਟ ਨਹੀਂ ਕਰਨਾ, ਇਸੇ ਨੂੰ ਇਸ ਮਾਰਗ ਤੇ ਨਹੀਂ ਚੱਲਣਾ। ਉਹਨਾਂ ਨੇ ਸੱਚ ਨਾਮ ਆਧਾਰ, ਸੱਚਾ ਨਾਮ ਆਧਾਰ ਬਣਾ ਕੇ ਸਿਫਤ ਸਲਾਹ ਵਿੱਚ ਰੱਖਦੇ ਨੇ ਕਿ ਸਭ ਕੁਝ ਚੰਗਾ ਹੈ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਤਸ਼ਾਹ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਫਿਰ ਉਹਨਾਂ ਨੇ ਵੀ ਕਿਹਾ ਮਿੱਟੀ ਮੁਸਲਮਾਨ ਕੀ, ਕਹਿੰਦੇ ਐਵੇਂ ਆਪਣੀ ਆਪਣੀ ਸ਼ਰੀਅਤ ਦੀਆਂ ਤੁਸੀਂ ਗੱਲਾਂ ਕਰਕੇ ਤੇ ਆਪਣੇ ਆਪ ਨੂੰ ਉੱਚਾ ਤੇ ਸੱਚਾ ਸਥਾਪਿਤ ਕਰਦੇ ਹੋ। ਕਹਿੰਦੇ ਮੈਨੂੰ ਜਵਾਬ ਦੇ ਦਿਓ ਨਾ, ਮੁਸਲਮਾਨ ਹੈ ਉਹ ਕਬਰ ਵਿੱਚ ਹੈ, ਕਬਰ ਦੀ ਮਿੱਟੀ ਵੀ ਜਿਹੜੀ ਹੈ ਉਹਨੇ ਵੀ ਸੜ ਜਾਣਾ ਹੈ। ਤੁਸੀਂ ਕਹਿੰਦੇ ਹੋ ਸ਼ਰੀਅਤ ਕਹਿੰਦੀ ਹੈ ਕਿ ਸਰੀਰ ਨੂੰ ਸਾੜਨਾ ਨਹੀਂ ਚਾਹੀਦਾ, ਤੇ ਕਹਿੰਦੇ ਤੁਸੀਂ ਵੇਖੋ ਨਾ ਕਿ ਕਿਸ ਤਰੀਕੇ ਨਾਲ ਉਹ ਦੂਜੇ ਤਰੀਕੇ ਨਾਲ ਮਿੱਟੀ ਜਿਹੜੀ ਹੈ ਸੜ ਜਾਏਗੀ। ਹਿੰਦੂ ਦੀ ਇਸ ਤਰ੍ਹਾਂ ਸੜ ਜਾਏ, ਹਿੰਦੂ ਦਾ ਸਿੱਧਾ ਸਰੀਰ ਸਾੜ ਦੇਣਗੇ, ਉਹਦੀ ਕਬਰ ਦੀ ਮਿੱਟੀ ਜਿਹੜੀ ਹੈ ਉਹਦੇ ਭਾਂਡੇ ਬਣ ਜਾਣਗੇ ਤੇ ਉਹ ਵੀ ਸੜੇਗੀ। ਇਸ ਕਰਕੇ ਕਹਿੰਦੇ ਗਤੀ ਤਾਂ ਸਾਰਿਆਂ ਦੀ ਇੱਕੋ ਹੋਣੀ ਹੈ, ਬੰਦਾ ਤਾਂ ਇੱਕੋ ਜਿਹਾ ਹੀ ਹੈ। ਸਿਰਫ ਕੀ ਹੈ ਕਿ ਧਾਰਮਿਕ ਭੇਦ ਭਾਵ ਪੈਦਾ ਕਰਕੇ ਤੁਸੀਂ ਆਪਣੀ ਹਉਮੈ ਨੂੰ ਪੱਠੀ ਪਾ ਦਿਓ। ਇੱਕ ਪੌੜੀ ਦੇ ਨਾਲ ਗੁਰੂ ਸਾਹਿਬ ਨੇ ਹਉ ਦੇ ਸ਼ਲੋਕ ਹੀ ਲਾ ਦਿੱਤੇ। ਹਉ ਤੇ ਹਉਮੈ। ਹਉ ਕੀ ਹੈ ਕਿ ਮੈਂ, ਹਉ ਅੱਛਾ ਹੋ ਸਕਦਾ ਹੈ ਕਿਉਂਕਿ ਜੇ ਸਮਝ ਹੋ ਜਾਵੇ ਮੈਂ ਕੀ ਹਾਂ ਤੇ ਫਿਰ ਹਉ ਕੋਈ ਮਾੜੀ ਚੀਜ਼ ਨਹੀਂ ਹੈ। ਪਰੰਤੂ ਜਿਹੜੀ ਅਸਲ ਬਿਮਾਰੀ ਹੈ ਹਉ ਦੀ ਦੁਵਿਧਾ, ਹਉ ਨੂੰ ਦੁਵਿਧਾ ਵਿੱਚ ਲੈ, ਮੈਂ ਅਤੇ ਤੂੰ, ਮੈਂ ਅਤੇ ਮੈਂ, ਹਉ ਅਤੇ ਮੈਂ ਹੀ ਮੈਂ। ਇਹ ਜਿਹੜੀ ਮੈਂ ਹੀ ਮੈਂ ਹੈ ਹਉ ਮੈਂ, ਇਹ ਨਿਸ਼ਚਿਤ ਤੌਰ ਤੇ ਜਿਹੜੀ ਹੈ ਇਹ ਬੰਦੇ ਨੂੰ ਜੀਵਨ ਦੇ ਸਹੀ ਮਾਰਗ ਤੋਂ ਭਟਕਾਉਣ ਵਾਲੀ ਹੈ।
और गुरु साहब सच्चे पातशाह महाराज जी ने एक चीज ये कह दी थी कि है तो बहुत औखा काम है, हो मैं दीर्घ रोग है दारू पी समाए। एक गल कहती भी बड़ा ही ये भयानक बीमारी है, और बड़ी जड़ा डूंघियां ने एदियां साडे चित्त विच साडे अंतःकरण विच लगियां होईयां, बहुत डूंघियां जड़ा एदियां लगियां ने। पर की ये कहंदे कि क्या इलाज है? कदे कदे कई साधक भी कहते भी ये हौमे नहीं मर सकती, ये अंकार नहीं मारिया जा सकता। गुरु साहब कहते नहीं, ਇਹਦਾ ਤਾਂ ਇਲਾਜ ਹੀ ਬੜਾ ਸੌਖਾ ਹੈ, ਇਹਦਾ ਇਲਾਜ ਇਹਦੇ ਵਿੱਚ ਹੀ ਪਿਆ ਹੋਇਆ। ਸਾਡੇ ਕਈ ਟੀਕਾਕਾਰਾਂ ਨੂੰ ਇਹਦੀ ਸਮਝ ਨਹੀਂ ਆਈ ਕਿ ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਂ ਹੈ, ਇਹਦੇ ਵਿੱਚ ਉਹ ਕਹਿੰਦੇ ਇਹਦੇ ਥੋੜਾ ਇਲਾਜ ਹੋ ਸਕਦਾ ਹੈ। ਇਹ ਤੇ ਇਹ ਕਿ ਇਸ ਦਾ ਇਲਾਜ ਵੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਐਂ ਅਰਥ ਕੀਤਾ ਕਿ ਇਹ ਨਹੀਂ ਕਿ ਇਹਦਾ ਇਲਾਜ ਨਹੀਂ, ਇਹਦਾ ਇਲਾਜ ਵੀ ਹੈ। ਪਰ ਇਹ ਤਾਂ ਨਹੀਂ ਕਿਹਾ, ਗੁਰੂ ਜੀ ਤਾਂ ਕਹਿੰਦੇ ਨੇ ਕਿ ਦਾਰੂ ਪੀ ਇਸ ਮਾਏ, ਇਹਦਾ ਇਲਾਜ ਇਹਦੇ ਵਿੱਚ ਹੀ ਹੈ। ਇਹਦਾ ਇਲਾਜ ਇਹਦੇ ਵਿੱਚ ਕਿਵੇਂ ਹੈ? ਇਸ ਨੂੰ ਸਮਝ ਲਓ, ਮੈਂ ਹਾਂ ਕਿ ਮੈਂ ਹਾਂ ਜਾਂ ਮੈਂ ਇੱਕ ਹਾਂ, ਕਿ ਮੈਂ ਦਾਲ ਦੇ ਦਾਣੇ ਵਾਂ, ਦੋ ਟੁਕੜੇ ਹੋਇਆ ਹੋਇਆ ਜਿਹੜਾ ਇਸੇ ਬਾਣੀ ਵਿੱਚ ਆਏਗਾ। बीच पता है अब क्यों हुआ दाल, दाल हो गया टुकड़े हो गए, की जमना है की पैदा होएगा। तो कहते जदों बंदा ये समझ लेगा कि दोहरी मैं ये नहीं समझता, मैं की हाँ, मैं वो हाँ जो परमेश्वर है, मैं कुछ नहीं हाँ, जो मैं हाँ वो परमेश्वर है। दस्या है जेड़ा कर्मकांडी धर्म ने लिख लिख पढ़िया तीता कड़िया बहु पीठ पवया तीतों लभ्या बहु भे किया देही दुख दिया सौ वे जिया अपना किया। कहते जिहड़े कर्मकांड करदे हो ना कुछ नहीं है, ये तो कोई पाप कर्म कीता ओहदा फल भुगत रहे हो तुसीं। साडे भी पंथ विच बथेरे कर्मकांडी हन ते ओह भी सजा भुगत रहे ने, ते परमेश्वर ने अपने बच्चे भेजे सन सजा देने वास्ते नहीं भेजे। हाँ सामी धर्म कह सकते हैं कि आदम ने कोई उत्थे गड़बड़ की, स्वर्ग विच थले सुट दिता, सजा दे दी आदम ते ईव दोवां नूं सजा दे दी। साडा पंथ नहीं कहंदा धक्किया नहीं गया, मनुख नूं भेजिया गया। परमेश्वर ने बहुत सुंदर वातावरण बना के फिर अपने बच्चे सुखपूर्वक रहन, उसने सुखपूर्वक रहन वास्ते इस जगत दे विच अपने बच्चे उतारे ने, भेजे ने, और फिर पैर पैर ते उन्हां दे नाल है। इस करके सुट्टे थोड़ा गए ने। हाँ ਜਿਹੜੇ ਲੋਕ ਜਿਹੜੇ ਨੇ ਇਸੇ ਤਰ੍ਹਾਂ ਸਮਝਦੇ ਨੇ ਜਿਨ੍ਹਾਂ ਨੂੰ ਰੱਬ ਨਾਲ ਨਹੀਂ ਜੁੜੇ, ਉਹਨਾਂ ਨੂੰ ਮਹਾਰਾਜ ਕਹਿੰਦੇ ਸੌ ਵੇ ਜੀਆ ਆਪਣਾ ਕੀਆ ਆਨੰਦ ਨਾ ਖਾਇਆ ਸਾਧ ਗਵਾਇਆ। ਬੜੀਆਂ ਸਪਸ਼ਟ ਜਿਹੀਆਂ ਗੱਲਾਂ ਨੇ, ਇਹਨਾਂ ਦੇ ਅਰਥ ਕਰਨ ਦੀ ਕੋਈ ਲੋੜ ਨਹੀਂ ਹੈ। ਬਸ ਇਹ ਸੋਚ ਲੈਣਾ ਚਾਹੀਦਾ ਹੈ ਕਿ ਆਨੰਦ ਦੇ ਤਿਆਗੀ ਕਿਤੇ ਅਸੀਂ ਤਾਂ ਨਹੀਂ, ਆਨੰਦ ਦੇ ਤਿਆਗ ਨੂੰ ਧਰਮ ਸਮਝਦੇ ਤਾਂ ਨਹੀਂ ਅਸੀਂ ਕਿਤੇ। ਬਹੁਤ ਦੁੱਖ ਪਾਇਆ, ਕਹਿੰਦੇ ਇਹ ਤਾਂ ਬਹੁਤ ਕਸ਼ਟ ਐਵੇਂ ਸਹੀ ਜਾਂਦੇ ਨੇ, ਤੇ ਹੈ ਕਾਹਦੇ ਚ ਨੇ? ਦੂਜੇ ਭਾਵ ਵਿੱਚ ਪਰਮੇਸ਼ਰ ਨਾਲ ਨਹੀਂ ਜੁੜੇ ਹੋਏ। ਬਸਤਰ ਨਾ ਪਹਿਰ ਹੈ ਐਨਸ ਕਹਿ ਰਿਹਾ ਮੋਨੀ ਵੀ ਗੋਤਾ ਕਿਉਂ ਜਾਗਿਆ ਗੁਰਬਿਨ ਸੁੱਤਾ ਪਗੋ ਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਛਾਈ ਪਾਈ ਮੂਰ ਖੰਦਾ ਪਤ ਗਵਾਈ ਵਿਣ ਨਾਮੈ ਕਿ ਠਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰਿ ਕਾ ਨਾਮ ਮਨ। ਸਤਿਗੁਰੂ ਆਏਗਾ, ਆ ਸਾਰੇ ਜਿਹੜੇ ਧਾਰਮਿਕ ਕਰਮਕਾਂਡ ਨੇ ਇਹਨਾਂ ਨੂੰ ਜਦੋਂ ਕੱਟ ਕੇ ਪਾਸੇ ਸੁੱਟ ਦੇਗਾ ਤਾਂ ਉਸ ਵੇਲੇ ਸਿੱਖ ਜਿਹੜਾ ਹੈ ਉਹ ਸੁਖੀ ਹੋ ਜਾਵੇਗਾ। ਔਰ ਹਰ ਸਿੱਖ ਨੂੰ ਇਹ ਆਸਾ ਕਿ ਵਾਰ ਸਾਡਾ ਨਿਤਨੇਮ ਸੰਗਤ ਦਾ ਬਣਿਆ ਹੀ ਤਾਂ ਹੈ, ਕਿਉਂਕਿ ਇਹ ਸੰਗਤ ਵਿੱਚ ਵਿਚਾਰਨ ਵਾਲੀਆਂ ਗੱਲਾਂ ਨੇ। ਉਹ ਇਹ ਸੰਗਤ ਵਿੱਚ ਵਿਚਾਰਨੀਆਂ ਨੇ, ਰੋਜ਼ ਵਿਚਾਰਨੀਆਂ ਨੇ। ਇਸ ਕਰਕੇ ਸਾਡੇ ਨਿਤਨੇਮ ਵਿੱਚ ਨੇ ਵੀ ਜਦੋਂ ਸੰਗਤ ਵਿੱਚ ਇਕੱਠੇ ਹੋਣਾ ਸਵੇਰੇ ਤੇ ਆਸਾ ਕੀ ਵਾਰ ਜਿਹੜੀ ਹੈ ਇਹਦਾ ਗਾਇਨ ਕਰਕੇ ਔਰ ਇਹ ਸਮਝ ਲੈਣੀ ਹੈ ਕਿ ਆ ਜਿਹੜੇ ਅਸੀਂ ਧਰਮ ਬਣਾਏ ਫਿਰਦੇ ਆ, ਪਰ ਪੁਸਤਕ ਸੰਧਿਆ ਬਾਦਮ ਸਿਰ ਪੂਜਸ ਬਗਲ ਸਮਾਦਮ ਮੁਖ ਝੂਠ ਵੀ ਪ੍ਰਸਾਰ ਤ੍ਰੈ ਪਾਲ ਤੇ ਹਾਲ ਵਿਚਾਰਨ ਗਲੇ ਮਾਲਾ ਤਿਲਕ ਲਾਟਮ ਦੋ ਧੋਤੀ ਵਸਤਰ ਕਪਾਟਮ ਜੇ ਜਾਣਸ ब्रह्मन कर्मन सब फोकट निश्चो कर। सारे ही ਇਹੋ ਜਿਹੇ ਕਰਮ ਜਿਹੜਾ ਅਡੰਬਰ ਬੰਦੇ ਨੇ ਬਣਾ ਰੱਖਿਆ, ਇਹ ਧਾਰਮਿਕ ਅਡੰਬਰ ਦਾ ਕੋਈ ਲਾਭ ਨਹੀਂ ਹੈ। ਇਹ ਸਾਰੇ ਦੇ ਸਾਰੇ ਫਜ਼ੂਲ ਨੇ, ਜਿਨ੍ਹਾਂ ਦਾ ਮਨੁੱਖ ਨੂੰ ਕੋਈ ਲਾਭ ਨਹੀਂ ਹੋ ਸਕਦਾ। ਉਹ ਗੁਰੂ ਸਾਹਿਬ ਨੇ ਇਸੇ ਬਾਣੀ ਦੇ ਵਿੱਚ ਜਨੇਊ ਦਾ ਵਰਣਨ ਕੀਤਾ, ਔਰ ਬੜਾ ਇੱਕ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕੋ ਨੇ ਦਾੜੀ ਇਹ ਵੀ ਅੱਗੇ ਵਿਆਖਿਆ ਕਰ ਦਿੱਤੀ। ਪੈਦਾ ਤੇ ਵਿਆਸ ਪਾਸ ਸੰਤੋਖ ਸੂਤ ਜਤ ਕਰਨੀ ਸਤਵੰਡ ਵਟ ਇਹ ਜਨੇਊ ਜੇ ਕਾ ਹੈ ਤਾਂ ਪਾਂਡੇ ਕਰ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ
न जाए, धन सो मानस नानका जो गले चंदै पाए। सोहनी गल किन्नी है। एक पासे ते मौका वो है जो कहते मैं जनेऊ नहीं पाना, मैंने कोई लोड़ नहीं। दूजी गल कहता जी कोई पांदा तो मैंने इतराज थोड़ी है, मैं नहीं पांदा। जे दूजा पाए परंतु वो पाए इस तरह वो जनेऊ ਜਿਹੜਾ ਉਸਨੂੰ ਸਤ ਨਾਲ ਜੋੜੇ, ਸੰਤੋਖ ਨਾਲ ਜੋੜੇ, ਜਿਹੜਾ ਉਸਨੂੰ ਬ੍ਰਹਮਚਰਿਆ ਨਾਲ ਚੰਗੇ ਆਚਰਣ ਜੋੜਦਾ ਹੋਵੇ। ਕਹਿੰਦੇ ਇਹੋ ਜਿਹਾ ਕੋਈ ਪਾ ਲਵੇ ਤੇ ਮੈਨੂੰ ਕੋਈ ਪ੍ਰੋਬਲਮ ਥੋੜੀ ਹੈ। ਧਾਰਮਿਕ ਚਿੰਨ੍ਹ ਕੋਈ ਕਿਸ ਕੈਸੇ ਵੀ ਰੱਖੇ, ਧਾਰਮਿਕ ਚਿੰਨ੍ਹਾਂ ਦੇ ਅਨੁਰੂਪ ਉਸਦਾ ਜੀਵਨ ਹੋਵੇ ਤੇ ਕਹਿੰਦੇ ਕੋਈ ਪ੍ਰੋਬਲਮ ਨਹੀਂ, ਪਾ ਲਓ ਵੀ, ਕਿਸੇ ਨੇ ਜਿਸਨੇ ਪਾਣਾ ਪਾਓ। ਚੌਕੜੀ ਮੁੱਲ ਅਨਾਇਆ, ਚੌਂਕੜ ਨਹੀਂ, ਚੌਕੜੀ ਕੜੀ ਕੀ ਹੈ, ਕੌਡੀ, ਚੌਂ ਚਾਰ, ਚਾਰ ਕੌਡੀਆਂ ਮੁੱਲ ਲੈਣ ਆਇਆ, ਬਹਿ ਚੌਂਕਾ ਪਾਇਆ। ਚਾਰ ਕੌਡੀਆਂ ਦਾ ਬਾਜ਼ਾਰੋਂ ਖਰੀਦ ਲਿਆਓਗੇ ਧਰਮ ਹੋ ਜਾਏਗਾ। ਇਸੇ ਤਰ੍ਹਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ। ਕੋਈ ਅਸੀਂ ਬਾਜ਼ਾਰ ਤੋਂ ਜਾ ਕੇ ਇੱਕ ਕਾਰ ਖਰੀਦ ਲਵਾਂਗੇ ਇਹਦੇ ਨਾਲ ਧਾਰਮਿਕ ਨਹੀਂ ਹੋ ਜਾਣਾ। ਧਾਰਮਿਕ ਤਾਂ ਧਰਮ ਨੂੰ ਧਾਰਨ ਕਰਨ ਨਾਲ ਧਾਰਮਿਕ, ਧਾਰਮਿਕ ਚਿੰਨ੍ਹ ਪਹਿਨ ਕੇ ਧਾਰਨ। ਕਹਿੰਦੇ ਚਾਰ ਕੌਡੀਆਂ ਦਾ ਬਾਜ਼ਾਰੋਂ ਲਿਆ ਕੇ ਖਰੀਦ ਕੇ ਤੇ ਤੂੰ ਕੋਈ ਧਾਰਮਿਕ ਬਣ ਜਾਏਗਾ। ਔਰ ਫਿਰ ਸਿੱਖਾ ਕੰਨ ਚੜਾਈਆਂ ਗੁਰੂ ਬ੍ਰਾਹਮਣ ਥੀ, ਆਪਣੇ ਆਪ ਗੁਰੂ ਬਣ ਜਾਣਾ ਔਰ ਕੰਨ ਦੇ ਵਿੱਚ ਸਿੱਖਿਆ ਦੇਣੀ ਤੇ ਆਪ ਉਸ ਉੱਤੇ ਅਮਲ ਨਾ ਕਰਨਾ। ਕਹਿੰਦੇ ਇਹ ਉਹ ਜਨੇਊ ਹੈ, ਇਹ ਉਹ ਧਰਮ ਹੈ ਜਿਹੜਾ ਉਹ ਮੂਆ ਉਹ ਝੜ ਪਿਆ, ਉਹ ਮਰ ਗਿਆ ਤੇ ਇਹ ਉਹਦੇ ਜਿਹੜਾ ਹੈ ਇਹ ਸੜ ਕੇ ਸੁਆਹ ਹੋ ਗਿਆ, ਬੇਤੱਕ ਆ ਗਿਆ। ਤੇ ਬੰਦਾ ਜਿਹੜਾ ਹੈ, ਜਿਹੜਾ ਆਤਮਾ ਹੈ, ਉਹ ਬਿਨਾਂ ਤੱਗ ਦੇ ਇਥੋਂ ਸੰਸਾਰ ਤੋਂ ਚਲਿਆ ਗਿਆ। ਤੇ ਮਹਾਰਾਜ ਬੜਾ ਸਪਸ਼ਟ ਉਪਦੇਸ਼ ਕਰਦੇ ਨੇ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਹੋਇਆ ਨਿਧਾੜੀ, ਬੇਤੱਗਾ ਆਪੇ ਵੱਤਾ ਵਟ ਧਾਗੇ ਅਵਰਾਂ ਧੱਤਾ, ਲੈ ਪਹਾੜ ਕੜਵੀਆ ਕੜ ਕਾਗਲ ਦਸੇਰਾ, ਸੁਣ ਵੇਖੋ ਲੋਕਾ ਇਹ ਵਿਧਾਨ ਮਨ ਅੰਦਾ ਨਾਉ ਸੁਝਾ। ਕਿੰਨਾ ਵੱਡਾ ਗੁਜ਼ਾਰੀ ਬਾਤ ਦੇ ਉੱਤੇ ਇੱਕ ਕਟਾਖਸ਼ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਜਿਹੜਾ ਪਿੱਛੋਂ ਰਾਸ਼ਨ ਪਹੁੰਚਾਉਂਦੇ ਨੇ, ਸਾਰੇ ਧਰਮ ਪਹੁੰਚਾਉਂਦੇ ਨੇ, ਇਹ ਨਹੀਂ ਇਕੱਲਾ ਬ੍ਰਾਹਮਣ ਪਹੁੰਚਾਉਂਦਾ। ਬੰਦਾ ਮਰ ਗਿਆ ਹੈ, ਪਿਤਰਾਂ ਦੇ ਨਵੇਂ ਤੈਅ ਕਰਨਾ ਹੈ, ਉਹ ਕਰਨਾ ਹੈ। ਸਾਡੇ ਬਥੇਰੇ ਗੁਰਦੁਆਰਿਆਂ ਦੇ ਵਿੱਚ ਮੰਜੇ ਬਿਸਤਰੇ ਲੈ ਜਾਂਦੇ ਨੇ, ਹੋਰ ਚੀਜ਼ਾਂ ਲੈ ਜਾਂਦੇ ਨੇ। ਇਹ ਚੀਜ਼ਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਹੀ ਅੱਗੇ ਮਿਲ ਜਾਣਗੀਆਂ, ਪਰੰਤੂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ, ਜੇ ਮੁਹਾਕਾ ਕਰਮ ਹੈ, ਉਹ ਕਹਿੰਦੇ ਪਹਿਲਾਂ ਤਾਂ ਆਚਰਣ ਠੀਕ ਕਰੋ। ਤੁਹਾਡੇ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਜਾਣੀਆਂ ਨੇ ਨਾ, ਤੁਹਾਡੇ ਨਾਲ ਹੀ ਨਹੀਂ ਜਾਣੀਆਂ। ਤੁਸੀਂ ਭੇਜੋਗੇ ਕਿਸੇ ਨੂੰ ਪਿੱਛੋਂ ਕੀ, ਇਹ ਨਾਲ ਜਾਣੀਏ ਨੇਕੀ ਅਤੇ ਬਦੀ ਜੈਸੇ ਕਰਮ ਕੀਤੇ ਨੇ। ਕਹਿੰਦੇ ਜੇ ਮੁਹਾਕਾ ਕਰਮ ਹੈ, ਕਰਮ ਹੋਏ, ਚੋਰ ਹੈ, ਚੋਰੀ ਕਰਕੇ ਆ ਜਾਵੇ ਤੇ ਫਿਰ ਅੱਗੇ ਬ੍ਰਾਹਮਣ ਨੂੰ ਦੇ ਦੇ ਕਿ ਮੇਰੇ ਪੂਜਾ ਵਿੱਚ ਵੀ ਮੇਰੇ ਪਿੱਤਰਾਂ ਤੱਕ ਪਹੁੰਚਾ ਦੇ। ਤੇ ਕਹਿੰਦੇ ਅੱਗੇ ਜਿਹੜੇ ਪਿੱਤਰ ਜਿਨ੍ਹਾਂ ਦੇ ਘਰ ਵਿੱਚ ਚੋਰੀ ਹੋਈ, ਉਹਦੇ ਪਿੱਤਰ ਵੀ ਤੇ ਉੱਥੇ ਨੇ ਨਾ, ਉਹ ਆਪਣੀ ਚੀਜ਼ ਵਸਤੂ ਆਪਣੀ ਸੁਝਾ ਲੈਣਗੇ ਕਿ ਸਾਡੇ ਘਰ ਤੋਂ ਚੋਰੀ ਹੋਈ ਸੀ, ਬ੍ਰਾਹਮਣ ਨੇ ਅੱਗੇ ਭੇਜਤੀ ਹੈ। ਵੱਡੀ ਹੱਥ ਦਲਾਲ ਕੇ ਕਹਿੰਦੇ ਆ ਜਿਹੜੇ ਧਾਰਮਿਕ ਦਲਾਲੀ ਖਾਣ ਵਾਲੇ ਲੋਕ ਨੇ, ਇਹ ਨਹੀਂ ਕੱਲਾ ਬ੍ਰਾਹਮਣ, ਇਹ ਕੱਲਾ ਇੱਕ ਇਹ ਨਹੀਂ ਕਿ ਸ਼ਰਾਧ ਦੀਆਂ ਚੀਜ਼ਾਂ ਪਹੁੰਚਾਉਂਦਾ ਹੈ। ਜਿਹੜਾ ਪੁਜਾਰੀ ਹੈ ਉਹ ਬਹੁਤ ਕੁਝ ਪਹੁੰਚਾਉਂਦਾ ਹੈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਦਲਾਲ ਬਣੇ ਹੈ, दलाल सी ना पहला होता, मसंद किस्म का दलाल सी। अब मसंद हम किन्ने दूर, गुरु साहब ने ऐलान करता 1699 मसंद करते रब दा रिश्ता ਜਿਹੜਾ ਇਹਦੇ ਵਿਚਕਾਰ ਕੋਈ ਦਲਾਲ ਨਹੀਂ ਹੈ, ਦਲਾਲ ਹੈ। ਸਾਡੇ ਗ੍ਰੰਥੀ ਸਾਹਿਬ, ਸਾਡੇ ਜਥੇਦਾਰ ਸਾਹਿਬ, ਸਾਡੇ ਕੀਰਤਨਕਾਰ ਇਹ ਦਲਾਲ ਨਹੀਂ ਹਨ। ਜੇ ਦਲਾਲ ਬਣਨਗੇ ਤਾਂ ਸਿੱਖ ਨਹੀਂ ਆਣਗੇ। ਵੱਡੀ ਹੈ ਹੱਥ ਦਲਾਲ ਕੇ ਕਹਿੰਦੇ ਜੇ ਨਿਆਂ ਕਰਾਂਗੇ ਨਾ, ਆ ਜਿਹੜੇ ਵਿੱਚ ਦਲਾਲੀ ਧਾਰਮਿਕ ਦਲਾਲੀ ਕਰਦੇ ਨੇ, ਕਹਿੰਦੇ ਪਹਿਲਾਂ ਸਜ਼ਾ ਇਹਨਾਂ ਨੂੰ ਮਿਲੇਗੀ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਹਰ ਵਿਅਕਤੀ ਨੂੰ ਅੱਗੇ ਉਹ ਮਿਲੇਗਾ ਜਿਹੋ ਜਿਹਾ ਜੀਵਨ ਦੇ ਵਿੱਚ ਉਸਨੇ ਕਮਾਈ ਕੀਤੀ। ਇਸੇ ਤਰ੍ਹਾਂ ਜਿਹੜੀ ਛੂਆ ਛੂਤ ਹੈ, ਜੇਕਰ ਸੂਤ ਮੰਨੀਆਂ ਸਭ ਤੇ ਸੂਤ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜਵੇਂ ਹੋਏ, ਆ ਜਿਹੜਾ ਵਹਿਮ ਭਰਮ ਹੈ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਹਿਰੀ ਛੂਤ ਲੱਗ ਜਾਏਗੀ, ਉਹ ਵੀ ਲੱਗ ਜਾਏਗੀ। ਇਸ ਨੂੰ ਵੀ ਸ਼੍ਰੀ ਗੁਰੂ ਸਾਹਿਬ ਨੇ ਇਸ ਦਾ ਵਿਸਤਾਰ ਸਹਿਤ ਖੰਡਨ ਕੀਤਾ ਹੋਇਆ ਹੈ। ਤਾਂ ਗੁਰੂ ਸਾਹਿਬ ਇਸੇ ਤਰ੍ਹਾਂ ਕਹਿੰਦੇ ਕਿ ਵਿਖਾਵੇ ਦਾ ਧਰਮ ਕੀ ਹੋ ਜਾਏ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਧਰਮ ਨਾ ਜਾਏ, ਧੋਤੀ ਟਿਪਕਾ ਤੈ ਜਪਮਾਲੀ ਧਾਨ ਲਈ ਸੰਖਾਈ, ਅੰਤਰੇ ਪੂਜਾ ਪੜੇ ਕਤੇਮਾ, ਸੰਜਮ ਤੁਰਕਾ ਭਾਈ, ਛੋਡੀ ਲੈ ਪਖੰਡਾ ਨਾਮ ਲੈ
ਲੈ ਜਾਹੀਂ ਤਰੰਦਾ। ਇਹ ਸਾਡਾ ਸਾਰਿਆਂ ਦਾ ਵਿਵਹਾਰ ਕਿਤੇ ਨਾ ਕਿਤੇ ਇਹੋ ਜਿਹਾ ਹੁੰਦਾ ਹੈ। ਹਕੂਮਤ ਨੂੰ ਖੁਸ਼ ਕਰਨ ਵਾਸਤੇ ਅਸੀਂ ਕੁਝ ਕਰਦੇ ਹਾਂ ਤੇ ਆਪ ਜਿਹੜਾ ਅੰਦਰ ਬਹਿ ਕੇ ਕੁਝ ਸਾਡਾ ਧਰਮ ਇਹ ਵੇ ਤੇ ਦੂਜੇ ਨੂੰ ਮਿਲਣ ਵੇਲੇ ਸਾਡਾ ਧਰਮ ਜਿਹੜਾ ਉਹ ਬਦਲ ਜਾਂਦਾ ਹੈ ਖੁਸ਼ਾਮਦ ਕਰਨ ਲਈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਇਸ ਕਿਸਮ ਦਾ ਜਿਹੜਾ ਪਖੰਡ ਧਰਮ ਹੈ ਉਹ ਇਸੇ ਤਰ੍ਹਾਂ ਜਿਹੜਾ ਉਸ ਵੇਲੇ ਦਾ ਸਮਾਜਿਕ ਪਤਨ ਹੈ ਲੱਭ ਪਾਪ ਦੇ ਰਾਜਾ ਮਹਿਤਾ ਕੂੜੋ ਸਿਰਦਾਰ ਕਾਮ ਨੇ ਉਸਰ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾ। ਕਿਸ ਤਰੀਕੇ ਨਾਲ ਜਿਹੜਾ ਗਲਤ ਸ਼ਾਸਨ, ਕਹਿੰਦੇ ਗਲਤ ਸ਼ਾਸਨ ਦੇ ਪਿੱਛੇ ਕੌਣ ਹੈ? ਪਿੱਛੇ ਕਹਿੰਦੇ ਲੋਕ ਨੇ। ਆ ਜਿਹੜੀ ਰਈਅਤ ਹੈ ਨਾ, ਰਈਅਤ ਹੀ ਕਿੰਗ ਬਣਾਉਂਦੀ ਹੈ। ਔਰ ਜੇ ਰੂਲਰ ਮਾੜਾ ਹੈ ਤਾਂ ਇਹ ਰੂਲਰ ਮਾੜਾ ਬਣਾਇਆ ਕਿਸ ਨੇ? ਕਹਿੰਦੇ ਆ ਮੂਰਖ ਪ੍ਰਜਾ ਜਿਹੜੀ ਸਾਊਂਡ ਪ੍ਰੋਬਲਮ ਆ ਗਈ? ਹਾਂ ਪ੍ਰੋਬਲਮ ਆ ਗਈ। ਹੁਣ ਆ ਰਹੀ ਬਾਤ? ਆ ਰਹੀ ਹੈ ਤੁਹਾਡੀ ਹੁਣ ਆਵਾਜ਼। ਤੋ ਮੈਂ ਜਿਹੜੀ ਗੱਲ ਕਰ ਰਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਲੱਭ ਪਾਪ ਦੇ ਰਾਜਾ ਮਹਿਤਾ ਕੂੜੋ ਸਿਕਦਾਰ ਜਿਹੜੀ ਸਮਾਜ ਵਿੱਚ ਕਿਹੋ ਜਿਹਾ ਚੱਲ ਰਿਹਾ, ਕਿਹੋ ਜਿਹਾ ਸਾਡਾ ਆਚਾਰ ਵਿਹਾਰ ਹੈ, ਸਾਰਾ ਖੁਲਾਸਾ ਕਰਦਾ ਹੈ। ਮਾਨਸ ਖਾਣੇ ਕਰੇ ਨਮਾਜ਼ਾਂ ਕਰਦੇ ਨੇ ਤੇ ਮਨੁੱਖਾਂ ਦਾ ਖੂਨ ਪੀਂਦੇ ਨੇ। ਛੁਰੀ ਵਗਾਏ ਤਿੰਨ ਗੱਲ ਉਤਾਰ, ਉਧਰੋਂ ਛੁਰੀ ਜਿਹੜੀ ਹੈ ਲੋਕਾਂ ਤੇ ਚਲਾਉਂਦੇ ਨੇ ਤੇ ਉਧਰੋਂ ਗਲ ਦੇ ਵਿੱਚ ਜਨੇਊ ਪਹਿਨਿਆ ਹੋਇਆ ਹੈ। ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਵੀ ਆਵੇਂ ਉਹ ਵੀ ਸਾਧ। ਊੜੀ ਰਾਸ ਕਿਸ ਤਰੀਕੇ ਦਾ ਨੈਕਸਸ ਹੈ ਰੂਲਰ ਦਾ, ਉਹਦੇ ਅਧਿਕਾਰੀਆਂ ਦਾ ਤੇ ਅੱਗੇ ਪੁਜਾਰੀ ਦਾ। ਕਿਸ ਤਰੀਕੇ ਨਾਲ ਇਹ ਸਾਰੇ ਮਿਲ ਕੇ ਸਮਾਜ ਦਾ ਸ਼ੋਸ਼ਣ ਕਰਦੇ ਨੇ। ਇਹਨੂੰ ਇਦੋਂ ਸੁੰਦਰ ਜਿਤਨਾ ਆਸਾ ਕੀ ਵਾਰ ਦੇ ਵਿੱਚ ਜੈਸਾ ਵਿਸ਼ਲੇਸ਼ਣ ਕੀਤਾ, ਮੈਂ ਨਹੀਂ ਸਮਝਦਾ ਕਿਸੇ ਹੋਰ ਜਗ੍ਹਾ ਐਸਾ ਵਿਸ਼ਲੇਸ਼ਣ ਕੀਤਾ ਹੋਏਗਾ ਮਹਾਰਾਜ ਸੱਚੇ ਪਾਤਸ਼ਾਹ ਨੇ। ਧਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਮੱਥਾ ਟਿੱਕਾ ਤੇਰ ਧੋਤੀ ਖਾਈ। ਧਾਰਮਿਕ ਚਿੰਨ੍ਹ ਸਾਰੇ ਨੇ, ਹੱਥ ਛੁਰੀ ਜਗਤ ਕਾ ਸਾਈ। ਨੀਲ ਵਸਤਰ ਪਹਿਨ ਹੋਏ ਪ੍ਰਵਾਨ, ਹਕੂਮਤ ਦੇ ਕੋਲ ਜਾ ਕੇ ਤੇ ਹੋਰ ਤਰੀਕੇ ਨਾਲ ਪੇਸ਼ ਹੁੰਦੇ ਨੇ। ਮਲੇਸ਼ ਧਾਨਲੇ ਪੂਜੇ ਪੁਰਾਣ, ਧਾਨ ਪੈਸਾ ਉਹਨਾਂ ਦਿੰਦੇ ਨੇ ਉਹਨਾਂ ਦੀ ਖੁਸ਼ਾਮਦ ਕਰਕੇ। ਪ੍ਰੋਬਲਮ ਆ ਰਹੀ ਹੈ ਸਿਗਨਲ ਦੀ, ਇਸ ਕਰਕੇ ਹੁਣ ਮੈਨੂੰ ਲੱਗਦਾ ਵੀ ਖਤਮ ਕਰਨਾ ਪੈ ਗਿਆ ਮੈਨੂੰ। ਮੈਂ ਨਿਵੇਦਨ ਕਰਾਂ ਵੀ ਇੱਕ ਗੱਲ ਇਸਤਰੀ ਦੀ ਸਥਿਤੀ ਜਿਹੜੀ ਹੈ, ਇੱਕ ਤਾਂ ਇਹ ਸਮਝ ਲਈਏ ਕਿ ਭੰਡ ਸ਼ਬਦ ਜਿਹੜਾ ਵੈਸੇ ਭੰਡੀ ਲਿਖਿਆ ਹੋਇਆ, ਡੱਡੇ ਨੂੰ ਸਿਹਾਰੀ ਹੈ। ਜਿੱਥੇ ਭੰਡ ਹੈ ਉੱਥੇ ਡੱਡੇ ਨੂੰ ਔਂਕੜ ਹੈ। ਸ਼ਬਦ ਕਿਸੇ ਭਾਸ਼ਾ ਦੇ ਵਿੱਚ ਭੰਡ ਸ਼ਬਦ ਦਾ ਅਰਥ ਇਸਤਰੀ ਨਹੀਂ ਹੈ। ਭੰਡ ਦਾ ਅਰਥ ਜਿਹੜਾ ਹੈ, ਭੰਡ ਵੈਸੇ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਮਜ਼ਾਕ ਕਰਨ ਵਾਲੇ ਲੋਕ ਹੁੰਦੇ ਨੇ, ਮਖੌਲ ਕਰਨ ਵਾਲੇ ਹੁੰਦੇ ਨੇ। ਜਾਂ ਜਿਹੜਾ ਭੰਡ ਸ਼ਬਦ ਭੰਡੀ ਸ਼ਬਦ ਹੈ, ਭੰਡੀ ਦਾ ਮਤਲਬ ਹੈ ਨਿੰਦਿਆ। ਹੁਣ ਇਹ ਇੱਥੇ ਇਸਤਰੀ ਕਿਵੇਂ ਬਣ ਗਿਆ? ਇਸਤਰੀ ਦੀ ਨਿੰਦਿਆ ਕੀਤੀ ਜਾਂਦੀ ਹੈ। ਇੱਥੇ ਅਰਥ ਭੰਡੀ ਦਾ ਕੀ ਹੈ? ਉਹ ਜਿਸ ਨੂੰ ਤੁਸੀਂ ਨਿੰਦਿਤ ਕਹਿੰਦੇ ਹੋ, ਸਮਾਜ ਵਿੱਚ ਜਿਹਦੀ ਨਿੰਦਿਆ ਕਰਦੇ ਹੋ, ਉਸੇ ਤੋਂ ਜਨਮ ਲੈਂਦੇ ਹੋ। ਇਸ ਕਰਕੇ ਇਹ ਨਿੰਦਿਆ ਕਿਸ ਦੀ ਸੰਸਾਰ 'ਚ ਹੋ ਰਹੀ ਹੈ? ਇਸਤਰੀ ਦੀ ਹੋ ਰਹੀ ਹੈ। ਤੁਸੀਂ ਦੇਖੋਗੇ ਕਿ ਜਿਹੜਾ ਇਸਤਰੀ ਹੈ, ਇਹਦੇ ਵਾਸਤੇ ਕੋਈ ਸ਼ਬਦ ਤੁਹਾਨੂੰ ਭਾਸ਼ਾ ਵਿੱਚ ਚੰਗਾ ਹੀ ਨਹੀਂ ਮਿਲ ਸਕਦਾ। ਆ ਇਸਤਰੀ ਸ਼ਬਦ ਕਹਿੰਦੇ ਆ, ਇਸਤਰੀ ਕੀ ਹੈ? ਸਾਤਰੀ, ਤਿੰਨ ਗੁਣਾ ਵਾਲੀ, ਮਾਇਆ, ਅਵਿਦਿਆ, ਅਗਿਆਨ, ਅਰਥ ਨੇ ਇਸਤਰੀ ਦੇ। ਕੋਈ ਸ਼ਬਦ ਇਸੋਂ ਦੀ ਭਾਸ਼ਾ ਵਿੱਚ ਇੱਕ ਚੰਗਾ ਨਹੀਂ ਹੈ ਔਰਤ ਦੇ ਵਾਸਤੇ। ਸਭ ਸ਼ਬਦ ਜਿਹੜੇ ਨੇ ਉਹ ਮਾੜੇ ਚੁਣ ਕੇ ਘੜੇ ਨੇ। ਇੰਨਾ ਛੋਟਾ ਇਸਤਰੀ ਨੂੰ ਕੀਤਾ ਹੋਇਆ ਸੀ। ਤੋ ਮਹਾਰਾਜ ਜੀ ਨੇ ਕਿਹਾ ਆ ਜਿਹੜੀ ਜਿਸ ਦੀ ਤੁਸੀਂ ਨਿੰਦਿਆ ਕਰਦੇ ਹੋ, ਇਹਦੇ ਤੋਂ ਜਨਮ ਲੈਂਦੇ ਹੋ, ਇਹਦੇ ਨਾਲ ਹੀ ਤੁਹਾਡੇ ਸਾਰੇ ਵਿਵਹਾਰ ਨੇ। ਇਸੇ ਨੇ ਤੁਹਾਨੂੰ
ਦੁੱਧ ਚੁੰਘਾ ਕੇ ਵੱਡੇ ਕੀਤਾ ਹੈ, ਇਹਦੇ ਨਾਲ ਤੁਹਾਡੀ ਮੰਗਣੀ ਹੈ, ਇਹਦੇ ਨਾਲ ਤੁਹਾਡਾ ਵਿਆਹ ਹੈ, ਇਹਦੇ ਨਾਲ ਹੀ ਤੁਹਾਡਾ ਪਿਆਰ ਹੈ। ਉਹ ਕਹਿੰਦੇ ਤੁਸੀਂ ਇਹਦੀ ਨਿੰਦਿਆ ਜਿਹੜੀ ਹੈ ਕਿਉਂ ਕਰਦੇ ਹੋ, ਸੋ ਕਿਉਂ ਮੰਦਾ ਆਖੀਏ, ਚਿੱਤ ਜੰਮੇ ਰਾਜਾ। ਰਾਜਿਆਂ ਨੂੰ ਜੋ ਜਨਮ ਦੇਣ ਵਾਲੀ ਹੈ, ਤੇ ਤੁਸੀਂ ਇਸ ਨੂੰ ਬੁਰਾ ਕਿਵੇਂ ਕਹਿ ਸਕਦੇ ਹੋ। ਇਸੇ ਚੀਜ਼ ਨੂੰ ਅੱਗੇ ਅਸੀਂ ਦੇਖਦੇ ਹਾਂ ਦਸਮ ਗ੍ਰੰਥ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਹਾਈਟ ਤੇ ਪਹੁੰਚਾਇਆ ਹੈ, ਇਸਤਰੀ ਨੂੰ ਪੁਰਸ਼ ਤੋਂ ਉੱਚਾ ਸਥਾਪਿਤ ਕਰ ਦਿੱਤਾ ਹੈ ਕਿ ਜਿੱਥੇ ਇੰਦਰ ਵਰਗੇ ਰਾਜੇ ਹਾਰ ਜਾਂਦੇ ਨੇ, ਉੱਥੇ ਜਿਹੜੀ ਦੁਰਗਾ ਹੈ ਉਹ ਦੁਸ਼ਮਣਾਂ ਉੱਤੇ, ਸ਼ਤਰੂਆਂ ਉੱਤੇ ਜਿਹੜੀ ਹੈ ਵਿਜੈ ਪ੍ਰਾਪਤ ਕਰਦੀ ਹੈ। ਸੋ ਇਸਤਰੀ ਦੀ ਸਥਿਤੀ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਨੇ ਮਨੁੱਖ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਇਹਦੀ ਗੱਲ ਕੀਤੀ ਹੈ। ਇਹ ਜਿਹੜਾ ਸਿਮਲ ਰੁਖ ਸਰਾਏ ਦਾ ਅਧੀਰਗਤ ਮੁੱਚ ਹੋਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੀ ਫੁਲ ਪੱਕ ਬਕੀ, ਕੰਮ ਨਾ ਆਵੇਂ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆ ਤਤ। ਤੋ ਇਹ ਮਹਾਰਾਜ ਜੀ ਨੇ ਜਿਹੜੀ ਨਿਮਰਤਾ ਦੀ ਬਾਤ ਕੀਤੀ ਹੈ। ਫਿਰ ਅਸੀਂ ਵੇਖਾਂਗੇ ਜੀਵਨ ਦੇ ਹਰ ਪੱਖ, ਕਿਉਂਕਿ ਹੁਣ ਵਕਤ ਨਹੀਂ ਹੈ ਸਾਰੀ ਗੱਲਾਂ ਕਰ ਨਹੀਂ ਸਕਾਂਗਾ, ਜੀਵਨ ਦਾ ਹਰ ਪੱਖ, ਜੇ ਬੰਦੇ ਨੇ ਨੌਕਰੀ ਕਰਨੀ ਹੈ ਤੇ ਨੌਕਰੀ ਕਿਹੋ ਜਿਹੀ ਕਰੇ, ਬੰਦਾ ਕਿਹੋ ਜਿਹੀ ਨੌਕਰੀ ਕਰੇ। ਚਾਕਰ ਲੱਗਾ ਚਾਕਰੀ, ਨਾਲੇ ਗਰਭਵਾਦ, ਨਾਲੇ ਝੰਕਾਰ ਵਿੱਚ ਗੱਲਾਂ ਕਰੇ, ਕਹਿੰਦੇ ਉਹ ਮਾਲਕ ਨੂੰ ਕਦੇ ਖੁਸ਼ ਨਹੀਂ ਕਰ ਸਕਦਾ। ਤੋ ਇੱਕ ਵਿਵਹਾਰਕ ਚਾਕਰ ਦੀ ਗੱਲ ਵੀ ਕਰ ਦਿੱਤੀ ਹੈ, ਇਹ ਵਿਵਹਾਰ ਵਿੱਚ ਵੀ ਕੰਮ ਆਉਣ ਵਾਲਾ ਹੈ। ਦੇਖੀਏ ਕਿ ਅਧਿਆਤਮ ਵਿੱਚ ਵੀ ਇਹ ਜੇ ਗੁਰੂ ਦੇ ਸੇਵਕ ਹਾਂ ਤੇ ਗੁਰੂ ਦਾ ਵਚਨ ਮੰਨਣਾ ਪਏਗਾ ਕਿ ਆਪਣਾ ਚਲਾਉਣਾ ਪਏਗਾ। ਅਸੀਂ ਤੇ ਆਪਣੇ ਵਚਨ ਚਲਾਉਂਦੇ ਹਾਂ, ਅਸੀਂ ਕਹਿੰਦੇ ਆਹ ਨਹੀਂ ਗੁਰੂ ਸਾਹਿਬ ਕਹਿ ਸਕਦਾ, ਆਹ ਨਹੀਂ ਗੁਰੂ ਸਾਹਿਬ ਕਹਿ ਸਕਦਾ। ਅਸੀਂ ਆਪਣੇ ਤਰੀਕੇ ਨਾਲ ਗੁਰੂ ਸਾਹਿਬ ਨੂੰ ਚਲਾਉਣ ਦਾ ਯਤਨ ਕਰ ਰਹੇ ਹਾਂ। ਉਹ ਵੀ ਪੌੜੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਇਹ ਸਮਝਾ ਕਿ ਜੀਵਨ ਦੀ, ਮਾਨਵ ਜੀਵਨ ਦੀ, ਮਾਨਵੀ ਸਮਾਜ ਦੋਵੇਂ ਚੀਜ਼ਾਂ, ਇਹ ਮਾਨਵੀ ਸਮਾਜ ਵੀ ਹੈ ਇਹਦੇ ਵਿੱਚ, ਕਿਉਂਕਿ ਆ ਜਿਹੜਾ ਸਾਰਾ ਕੁਛ ਹੈ ਮਾਨਸ ਖਾਨੇ ਕਰੇ ਨਵਾਜ ਛੁਰੀ ਵਗਾਏ ਤਿੰਨ ਗਲਤਾਗ ਤਿੰਨ ਕਰ ਬ੍ਰਹਮਣ ਪੂਰੇ ਨਾਲ, ਇਹ ਸਾਰਾ ਇਹ ਸਮਾਜ ਦੀ ਬਾਤ ਹੈ। तो एक मानव की मर्यादा और मानवी समाज की एक सभ्यक मर्यादा किहो जी होनी चाहिए, ये सानू आसा की वार में सतगुरु सच्चे पातशाह महाराज ने दसी है। इसे करके नितनेम की बाणी है, इस बाणी नू पढ़ लीए, इस बाणी नू विचार लीए तो घट्टो घट्ट सानू एक सिख दी लिविंग किहो जी होनी चाहिए सारा कुछ पता लग जाएगा। ਇਹਦਾ ਇਹ ਨਹੀਂ ਕਿ ਇਹਦੇ ਵਿੱਚ ਜੇ ਮਾਨਸ ਖਾਣੇ ਕਰਨ ਵਾਲੇ ਮੁਸਲਮਾਨ ਦੀ ਗੱਲ ਆ ਗਈ ਤਾਂ ਉਸੇ ਨੂੰ ਭੈੜਾ ਕਿਹਾ, ਜਾਂ ਕਿਤੇ ਹਿੰਦੂ ਦੀ ਗੱਲ ਆ ਗਈ, ਸ਼ਰਾਧ ਦੀ ਗੱਲ ਆ ਗਈ, ਸੂਤਕ ਦੀ ਗੱਲ ਆ ਗਈ, ਜਾਂ ਅਸੀਂ ਜਨੇਊ ਦੀ ਗੱਲ ਆ ਗਈ ਤਾਂ ਇਹ ਉਹਨਾਂ ਵਾਸਤੇ ਹੈ। ਨਹੀਂ, ਇਹ ਜੋ ਧਰਮ ਦਾ ਵਰਤਾਰਾ ਜਗਤ ਵਿੱਚ ਹੈ ਉਸ ਸਾਰੇ ਕੁਛ ਨੂੰ ਨਗਨ ਕੀਤਾ ਹੈ। ਜਿਹੜੇ ਧਰਮ ਦੇ ਨਾਮ ਤੇ ਕੁਕਰਮ ਅਪਰਾਧ ਹੁੰਦੇ ਨੇ ਔਰ ਜਿਸ ਕਿਸਮ ਦਾ ਧਰਮ ਅਸੀਂ ਮੰਨਦੇ ਹਾਂ ਉਸ ਸਾਰੇ ਨੂੰ ਨਗਨ ਕੀਤਾ ਹੈ ਕਿ ਧਰਮ ਵਾਸਤਵ ਧਰਮ ਕੀ ਹੈ और असी धर्म केड़ा फॉलो करते हैं। बहुत बहुत धन्यवाद। वाहिगुरु जी का खालसा, वाहिगुरु जी की फतेह। धन्यवाद डॉक्टर साहब, बड़ी खूबसूरती नाल आज दा विषय डॉक्टर साहब तुसी जो समझाया। आसा की वार कहते ना कि दिसदा जगत कोई अदृष्ट सिरजनहार दैवी सत्ता चला रही है, ਇਹ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ। ਔਰ ਇਹ ਦੇਵੀ ਸੱਤਾ ਮਨੁੱਖੀ ਜੀਵ ਨੂੰ ਜਿੰਦ ਰੂਪੀ ਕਪੜਾ ਵੀ ਦਿੰਦੀ ਹੈ ਤੇ ਫਿਰ ਲੈ ਵੀ ਲੈਂਦੀ ਹੈ। ਅਤੇ ਫਿਰ ਸਪਸ਼ਟ ਕਰ ਦਿੱਤਾ ਕਿ ਮਨੁੱਖੀ ਜੀਵਨ ਕਾਰਜ ਕਰਨ ਲਈ ਸੁਤੰਤਰ ਹੈ, ਪਰ ਉਹ ਆਪਣੇ ਚੰਗੇ ਮੰਦੇ ਕਰਮਾਂ ਲਈ ਆਪ ਜ਼ਿੰਮੇਵਾਰ ਹੈ, ਆਪ ਜਵਾਬਦੇਹ ਹੈ। ਔਰ ਫਿਰ ਸਮਝਾਤਾ ਕਿ ਸ੍ਰਿਸ਼ਟੀ ਦੀ ਰਚਨਾ ਬ੍ਰਹਮ ਦੇ ਸੰਦਰਭ ਵਿੱਚ ਤਾਂ ਇੱਕ ਖੇਲ ਹੈ, पर मानव के संदर्भ च इहदे अर्थ जिहड़ा एक कर्म भूमि है। तो इस तरह आसा की वार जिहड़ी है इहदे च आत्मा ते परमात्मा विच, आत्मा दे परमात्मा च लीन होने लई कुदरत दे विस्माद खंडां ब्रह्मंडां क्या कमाल कर दित्ती गुरु नानक साहब ने। समाजिक बुराइयां नूं दूर करन दी गल, वाधू दे गलत रीत रिवाजां नूं, इस्त्री दे अपमान दी, ऊच नीच दी, छूत छात दी, सूतक दी, मतलब पवित्र ते अपवित्रता, सुच ते सच ते संयम दियां जिहड़ियां परिभाषावां देतियां आसा की वार दे विच ਇਹ ਕਮਾਲ ਕਰ ਦਿੱਤੀ ਔਰ ਇੱਕ ਮਨੁੱਖ ਨੂੰ ਇੱਕ ਨਵਾਂ ਰਾਹ ਵਿਖਾਇਆ। ਅਗਿਆਨਤਾ ਦੇ ਅੰਧੇਰੇ ਤੋਂ ਗਿਆਨ ਦੇ ਚਾਨਣ ਵੱਲ ਦੂਰ ਕਰਨ ਦਾ ਕਮਾਲ ਦਾ ਉਪਰਾਲਾ ਔਰ ਇੱਕ ਆਦਰਸ਼ਕ ਮਨੁੱਖ ਤੇ ਸਮਾਜ ਨੂੰ ਇੱਕ ਆਦਰਸ਼ਕ ਸਮਾਜ ਬਣਾਉਣ ਲਈ ਯਤਨ ਜਿਹੜਾ ਇਹ ਕਰਨ ਦੀ ਗੱਲ ਕੀਤੀ ਗਈ। ਮਤਲਬ ਅਗਰ ਕੱਟ ਛੋਟ ਕਰੀਏ ਤਾਂ ਜੀਵਨ ਦੇ ਹਰ ਪੱਖ ਦੇ ਤੇ ਅਗਵਾਈ ਦੇਣ ਵਾਲੀ ਵੀ ਬਾਣੀ ਹੈ ਆਸਾ ਕੀ ਵਾਰ।
ਇਹਦੀ ਪਹਿਲੀ ਤੁਕ ਤੋਂ ਹੀ ਮਨੁੱਖ ਦਿਸਦੇ ਤੋਂ ਅਣਦਿਸਦੇ ਵੱਲ ਮਨੁੱਖ ਨੂੰ ਲੈ ਜਾਂਦੀ ਹੈ। ਜਦੋਂ ਕੁਦਰਤ ਦੀ ਗੱਲ ਕਰਦੇ ਨੇ ਤਾਂ ਫਿਰ ਇਹ ਜਿਹੜੀਆਂ, ਇਹ ਨਹੀਂ ਕਹਿੰਦੇ ਕਿ ਜਿਹੜੇ 5 ਤੱਤਾਂ ਦਾ ਇਹ ਸਾਰਾ ਬਣਿਆ ਬ੍ਰਹਮੰਡ, ਉਹ ਸਿਰਫ ਤੱਤ ਹੀ ਨਹੀਂ ਨੇ, ਬਲਕਿ ਪੂਰੀ ਲਿਵਿੰਗ ਬੀਇੰਗ ਵੀ ਕੁਦਰਤ ਦੀ ਸਾਜੀ ਹੋਈ ਹੈ। ਇਹ ਐਵੋਲੂਸ਼ਨ ਆਫ ਯੂਨੀਵਰਸ ਹੈ, ਬ੍ਰਹਮੰਡ ਵਿਕਾਸ ਦੀ ਗੱਲ ਹੈ, ਜੀਵਨ ਦੇ ਵਿਕਾਸ ਦੀ, ਐਵੋਲੂਸ਼ਨ ਆਫ ਲਾਈਫ, ਸਮਾਜ ਦੇ ਵਿਕਾਸ ਲਈ, ਐਵੋਲੂਸ਼ਨ ਆਫ ਸੁਸਾਇਟੀ, ਇਹ ਵੀ ਕੁਦਰਤ ਦੇ ਕਾਨੂੰਨ ਦੇ ਅਨੁਸਾਰ ਇਹ ਸਾਰਾ ਕੁਝ ਹੋ ਰਿਹਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੇ ਤਾਕੋ ਤਾਕ। ਤੋ ਇਸ ਤਰ੍ਹਾਂ ਮੈਂ ਕੱਟ ਛੋਟੇ ਗੱਲ ਕਰਾਂ ਕਿ ਆਸਾ ਕੀ ਵਾਰ, ਭਾਵੇਂ ਕਿੰਨੀ ਵੀ ਆਸਾ ਦੀ ਵਾਰ ਦੀ ਵਿਆਖਿਆ ਕੀਤੀ ਜਾਵੇ, ਇਹ ਕਦੀ ਮੁੱਕ ਨਹੀਂ ਸਕਦੀ। ਲੱਖਾਂ ਨਵੀਆਂ ਤੇ ਵੱਖ-ਵੱਖ ਵਿਆਖਿਆਵਾਂ ਦੇ ਬਾਵਜੂਦ ਆਸਾ ਕੀ ਵਾਰ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਸਦਾ ਤਾਜ਼ਾ ਹਨ, ਹਮੇਸ਼ਾ ਰਹਿਣਗੇ। ਔਰ ਸਾਡੇ ਵਿੱਚੋਂ ਕੋਈ ਵੀ ਆਪਣੇ ਦਿਲ ਦਾ ਪੈਮਾਨਾ ਪਿਆਰ ਨਾਲ, ਸੁਰਤ ਨਾਲ, ਸੇਧ ਨਾਲ, ਗਿਆਨ ਨਾਲ, ਜੋ ਵੀ ਉਹ ਚਾਹੇ ਉਸ ਨਾਲ ਉਹ ਭਰ ਸਕਦਾ ਹੈ। ਤੋ ਅੱਜ ਦਾ ਵਿਸ਼ਾ ਇਹ ਹੈ। ਲਾਸਟ ਟਾਈਮ ਮੈਨੂੰ ਦੱਸਿਆ ਗਿਆ ਸੀ ਕਿ ਕੁਝ ਸਵਾਲ ਆਸਾ ਕੀ ਵਾਰ ਬਾਰੇ, ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਸਵਾਲ ਨੇ ਉਹ ਪਲੀਜ਼ ਗੱਲ ਕਰ ਲੈਣ। ਡਾਕਟਰ ਸਾਹਿਬ ਸਾਡੇ ਨਾਲ ਹੀ ਹੈਗੇ, ਉਹ ਜਵਾਬ ਦੇਣਗੇ। ਹਾਂਜੀ ਭੈਣ ਜੀ। ਇੱਕ ਤਾਂ ਮੈਂ ਬੇਨਤੀ ਤੁਹਾਡੇ ਅਨੁਸਾਰ ਸਨਮੁਖ ਕਰਾਂਗਾ। ਮੈਂ ਕਿ ਇੱਕ ਬੇਨਤੀ ਤੁਹਾਨੂੰ ਕਰਾਂਗਾ ਮੈਂ ਜੀ ਡਾਕਟਰ ਸਾਹਿਬ। ਉਹ ਇਹ ਕਿ ਜਿਹੜੀ ਸਿੱਖੀ ਹੈ ਨਾ ਜੀ, ਜਿਹੜਾ ਇਹਦਾ ਦਰਸ਼ਨ ਹੈ, ਹਾਂਜੀ ਸਰ, ਉਹ ਫ੍ਰੀ ਵਿਲ ਨੂੰ ਸਪੋਰਟ ਨਹੀਂ ਕਰਦਾ। ਓਕੇ। ਜਿਹੜਾ ਜਿੱਥੇ ਫ੍ਰੀ ਵਿਲ ਹੋਏ, ਫ੍ਰੀ ਵਿਲ ਜਿਹੜੀ ਹੈ, ਫ੍ਰੀ ਵਿਲ ਬਹੁਤ ਡਿਸਕਸ ਕੀਤੀ ਕ੍ਰਿਸਚੀਅਨਟੀ ਨੇ। ਜੀ ਜੀ। ਜਿੱਥੇ ਫ੍ਰੀ ਵਿਲ ਹੋਏਗੀ ਉੱਥੇ ਤੁਹਾਨੂੰ ਦਵੈਤ ਸਿਰਜਣੀ ਪਵੇਗੀ, ਕਿਉਂਕਿ ਮੇਰੀ ਇੱਛਾ ਤੇ ਰੱਬ ਦੀ ਇੱਛਾ ਦੋ ਇੱਛਾਵਾਂ ਹੋ ਜਾਣਗੀਆਂ। ਜੀ ਠੀਕ ਹੈ। ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਸਭ ਕੁਝ ਰੱਬ ਦੀ ਇੱਛਾ ਨਾਲ ਹੈ। ਜੋ ਕੁਝ ਮੈਂ ਕਰ ਰਿਹਾ, ਜੇ ਮੈਂ ਅਗਿਆਨ ਵਾਲੇ ਪਾਸੇ ਚੱਲ ਰਿਹਾ, ਰੱਬ ਦੀ ਇੱਛਾ ਹੈ ਜੀ। ਇਹ ਥੋੜਾ ਹਾਂਜੀ ਕੋਈ ਸਵਾਲ ਕਰੋ ਜੀ, ਦੱਸੋ। ਕਿੰਨਾ ਟੋਲ ਗਿਆ ਉਹ ਜਾਣਦਾ ਜੀ ਵੀਰ ਜੀ ਦੱਸੋ। ਹਰਦੇਵ ਸਿੰਘ ਬੋਲਣਾ ਜੀ। ਬਹੁਤ 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 ਧੰਨਵਾਦ ਤੁਹਾਡਾ। ਫਤਿਹ ਜੀ। ਮੈਂ ਸਮਝਦਾ ਬਹੁਤ ਗੂੜ ਗਿਆਨ ਇਹਨਾਂ ਨੇ ਦਿੱਤਾ ਹੈ। ਉਸ ਤੋਂ ਪਹਿਲਾਂ ਆਪ ਜੀ ਨੇ ਵੀ, ਬਾਅਦ ਵੀ ਆਪ ਜੀ ਨੇ ਬਹੁਤ ਕੁਝ ਕਵਰ ਕੀਤਾ ਹੈ। ਮੈਂ ਸਮਝਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਵੀ ਇੰਨਾ ਵਧੀਆ ਪ੍ਰੋਗਰਾਮ ਤੁਸੀਂ ਲਿਖਿਆ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸਭ ਪਹਿਲੇ ਕਿ ਵੀ ਇਹ ਨਿਤਨੇਮ ਦਾ ਭਾਵੇਂ ਹਿੱਸਾ ਨਹੀਂ, ਮੈਂ ਸਮਝਦਾ ਇਹ ਸੰਸਥਾਵਾਂ ਦਾ ਜੋ ਹੈ ਨਿਤਨੇਮ ਦਾ ਹਿੱਸਾ ਜ਼ਰੂਰ ਹੈ। ਮੈਂ ਕਹਿਤੀ ਜੀ ਵੀਰ ਜੀ, ਆਮ ਸੌਰੀ, ਸੰਗਤੀ ਨਹੀਂ, ਮੈਂ ਤੁਹਾਡੀ ਗੱਲ ਉਹ ਨਹੀਂ ਕਹਿ ਰਿਹਾ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਬਹੁਤ ਚੰਗੀ ਗੱਲਾਂ ਕਹਿਤੀਆਂ, ਲੇਕਿਨ ਮੈਂ ਸਮਝਦਾ ਕਿ ਅੱਜ ਦੀ ਡੇਟ ਵਿੱਚ ਸੰਸਥਾਵਾਂ ਦਾ ਇਹ ਬਹੁਤ ਜ਼ਰੂਰੀ ਹੈ ਕਿ ਹਰ ਸੰਸਥਾ ਦੇ ਮੈਂਬਰ ਨੂੰ, ਜਿਵੇਂ ਪ੍ਰਬੰਧਕ ਕਮੇਟੀਆਂ ਨੇ, ਸਾਰਿਆਂ ਨੂੰ ਇਸ ਦੀ ਵਿਆਖਿਆ ਪਤਾ ਹੋਣੀ ਜੋ ਜ਼ਰੂਰੀ ਹੈ। ਕਿਉਂਕਿ ਇਹ ਇੱਕ ਇਸ ਕੰਪੈਰੇਟਿਵ ਸਟੱਡੀ ਹੈ। ਮੈਂ ਸਮਝਦਾ ਜਦ ਤੁਸੀਂ ਜੇ ਕਿਸੇ ਨੂੰ ਆਸਾ ਦੀ ਵਾਰ ਦੇ ਅਰਥ ਪਤਾ ਲੱਗ ਜਾਣ, ਉਹ ਗੁਰਮਤਿ ਤੋਂ ਦੂਰ ਜਾ ਹੀ ਨਹੀਂ ਸਕਦਾ ਕਿਸੇ ਵੀ ਕੀਮਤ ਤੇ। ਤੇ ਮੈਂ ਸਮਝਦਾ ਇਹ ਡਾਕਟਰ ਸਾਹਿਬ ਨੂੰ ਅਗਰ ਤੁਸੀਂ ਦੁਬਾਰਾ ਵੀ ਬੁਲਾਓ ਬਾਰ-ਬਾਰ, ਕਿਉਂਕਿ ਇਹ ਤਾਂ ਸਾਡਾ ਹਿੱਸਾ ਨਹੀਂ ਜੀ। ਜਦੋਂ ਵੀ ਹੋਰ ਵੀ ਬੜੇ ਫਿਲਾਸਫੀਕਲ ਸਬਜੈਕਟ ਕਰਨਗੇ ਕਿਉਂਕਿ ਇਹਦੇ ਵਿੱਚ ਕਾਫੀ ਇਹੋ ਜਿਹੇ ਪੱਖ ਨੇ ਕਿ ਜਿਹਦੇ ਵਿੱਚ ਵਿਚਾਰਾ ਮੇਰੇ ਵਰਗੇ, ਕਿਉਂਕਿ ਇਹਨਾਂ ਨੇ ਤਾਂ ਬਹੁਤ ਵਧੀਆ ਗਾਗਰ ਵਿੱਚ ਮੈਂ ਕਹਿੰਦਾ ਸਾਗਰ ਭਰਤਾ ਹੈ, ਲੇਕਿਨ ਪੱਖ ਨਿੱਕੇ ਪੱਖ ਵੀ ਮੇਰੇ ਵਰਗਾ ਬੰਦਾ ਸਮਝਣ ਨੂੰ ਅੱਜ ਤਿਆਰ ਬੈਠਾ ਹੈ। ਤੇ ਮੈਂ ਸਮਝਦਾ ਬਹੁਤ ਧੰਨਵਾਦ ਕਰਾਂਗਾ ਤੁਹਾਡਾ ਕਿ ਵੀ ਇਹਨਾਂ ਨੂੰ ਅੱਗੇ ਹੋਰ ਤਰੀਕੇ ਨਾਲ, ਮੈਂ ਸਮਝਦਾ ਡਾਕਟਰ ਸਾਹਿਬ ਬਹੁਤ ਵਿਦਵਾਨ ਨੇ ਤੇ ਇਹਨਾਂ ਨੂੰ ਫਿਰ ਦੁਬਾਰਾ ਬਾਰ-ਬਾਰ ਬੁਲਵਾਓ ਤਾਂ ਜੋ ਇਹ ਕੰਪੈਰੇਟਿਵ ਸਟੱਡੀ ਜਿਹੜੀ ਹੈ ਦੁਨੀਆ ਤੱਕ ਪਹੁੰਚ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਡਾਕਟਰ ਸਾਹਿਬ। ਇੱਕ ਸਵਾਲ ਇਹ ਸੀ ਕਿ ਦਰਬਾਰ ਸਾਹਿਬ ਜਦੋਂ ਆਸਾ ਕੀ ਵਾਰ ਦਾ ਗਾਇਨ ਹੁੰਦਾ ਹੈ ਤੇ ਆਪਾਂ ਗੱਲ ਕੀਤੀ 24 ਸ਼ਲੋਕ ਤੇ ਨਾਲ 59 ਦੀ ਪੌੜੀਆਂ ਦੀ, ਤੇ ਕਈ ਵਾਰੀ ਇਹਨਾਂ ਤੋਂ ਇਲਾਵਾ ਹੀ ਅਲੱਗ ਵੀ ਹੋਰ ਵੀ ਗਾਇਨ ਹੁੰਦੇ ਨੇ ਸ਼ਬਦ,
ਉਸ ਬਾਰੇ ਉਹ ਗੱਲ ਪੁੱਛ ਰਹੇ ਸੀ ਵੀ ਇਹ ਕਿਉਂ, ਜਦ ਕਿ ਇੰਨੀ ਲੰਬੀ ਨਹੀਂ ਬਾਣੀ ਵੀਰ ਜੀ, ਪੌੜੀਆਂ ਦੇ ਨਾਲ ਮਤਲਬ ਇੱਕ ਹੋਰ ਪੌੜੀ ਜੋੜੀ ਹੋਈ ਹੈ ਚੌਥੇ ਪਾਤਸ਼ਾਹ ਜੀ ਦੀ। ਹਰ ਇੱਕ ਚੌਥੇ ਸ਼ਲੋਕ ਪਾਤਸ਼ਾਹ ਦੇ ਜੀ। ਬਾਅਦ ਮਤਲਬ ਚੌਥੇ ਚਾਰ ਮਤਲਬ ਹਰ 4 ਪੌੜੀਆਂ ਤੋਂ ਬਾਅਦ ਚੌਥੀ ਪੌੜੀ 'ਚ ਨਹੀਂ ਹੈ, 8ਵੀਂ ਹਾਂਜੀ ਪੌੜੀ 'ਚ ਡਾਕਟਰ ਨਹੀਂ ਹੈ, ਸਾਹਿਬ। 12ਵੀਂ ਪੌੜੀ 'ਚ ਨਹੀਂ ਹੈ। ਉਸ ਤੋਂ ਹਾਂ। ਇਲਾਵਾ ਇੱਕ ਐਕਸਟਰਾ ਮਤਲਬ ਪੌੜੀ ਜੋੜੀ ਹੋਈ ਹੈ ਜਿਹੜੀ ਕਿ ਦਰਬਾਰ ਸਾਹਿਬ ਵਿੱਚ ਆਸਾ ਦੀ ਵਾਰ ਵਿੱਚ ਨਹੀਂ ਹੈ। ਮੇਰਾ ਮਤਲਬ ਐ ਸੀ ਕਿ ਲੰਮੇਰੀ ਬਾਣੀ ਪਹਿਲਾਂ ਹੀ ਹੈ ਤੇ ਹੋਰ ਲੰਮਾ ਕਿਉਂ ਕੀਤਾ ਗਿਆ, ਕੋਈ ਕਾਰਨ ਜੀ। ਹੋਏਗਾ। ਜੀ ਡਾਕਟਰ ਸਾਹਿਬ। ਇੱਕ ਵੀਰ ਜੀ ਪਲੀਜ਼, ਸਤਿ ਸ਼੍ਰੀ ਅਕਾਲ। ਤੇ ਉਹ ਤੁਸੀਂ ਅੱਜ ਦੀ ਰਿਕਾਰਡਿੰਗ ਪਾ ਸਕੋਗੇ ਕਿ ਪਲੀਜ਼ ਗਰੁੱਪ ਵਿੱਚ? ਹਾਂਜੀ ਪਾ ਦਿਆਂਗੇ ਜੀ, ਪਾ ਦਿਆਂਗੇ। ਥੈਂਕ ਜੈ ਯੂ। ਡਾਕਟਰ ਸਾਹਿਬ ਦੱਸਣਾ। ਨਹੀਂ, ਮੈਨੂੰ ਇਹਨਾਂ ਦਾ ਸਵਾਲ ਨਹੀਂ ਸਮਝ ਆਇਆ ਕਿ ਕਿਹੜੀ ਪੌੜੀਆਂ ਜਿਹੜੀਆਂ ਜਦੋਂ ਆਸਾ ਕੀ ਵਾਰ ਮੈਂ ਰਿਪੀਟ ਜਦੋਂ ਕਰਦੀ ਹਾਂ, ਮੈਂ ਇਹ ਕਹਿ ਰਹੀ ਹਾਂ ਕਿ ਆਸਾ ਕੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ 24 ਪੌੜੀਆਂ ਨੇ, ਹੈ ਨਾ? ਤੇ ਜਦੋਂ ਜਿਹੜੀ 24 ਪੌੜੀਆਂ ਦੇ ਨਾਲ ਸ਼ਲੋਕ ਹਾਂ ਸ਼ਲੋਕ ਜਦੋਂ ਗਾਇਨ ਕਰਦੇ ਨੇ ਉਹਦੇ ਵਿੱਚ ਐਕਸਟਰਾ ਨੇ ਪੌੜੀਆਂ। ਗੁਰੂ ਰਾਮਦਾਸ ਜੀ ਦੀ ਬਾਣੀ ਹਾਂਜੀ, ਉਹ ਗਾਇਨ ਵਿੱਚ ਮੇਰਾ ਮਤਲਬ ਗੁਰੂ ਰਾਮਦਾਸ ਜੀ ਦੇ 24 ਛੱਕੇ, ਹਾਂ 24 ਛੱਕੇ ਪੌੜੀਆਂ ਨਾਲ ਜੁੜੇ ਹੋਏ 24 ਛੱਕੇ। 24 ਹਾਂ। ਛੱਕੇ। ਮੇਰਾ ਮਤਲਬ ਹੈ ਕਿ ਇਹ ਵੈਸੇ ਹੀ ਲੰਮੇਰੀ ਬਾਣੀ ਹੈ ਨਾ? ਬਾਣੀ ਲੰਮੇਰੀ ਹੈ ਤੇ ਇਹ ਗੁਰਦੁਆਰੇ ਵਿੱਚ ਜਿਸ ਤਰ੍ਹਾਂ ਗਾਇਨ ਕਰਦੇ ਨੇ ਤੇ ਇਹ ਪੌੜੀਆਂ ਜੋੜਨ ਦਾ ਕੀ ਕਾਰਨ ਹੋ ਸਕਦਾ ਹੈ, ਇਹ ਜਾਣਨ ਦੀ ਦੇਖੋ ਮਤਲਬ ਇੱਛਾ ਸੀ। ਅਸਲ ਵਿੱਚ ਕੀ ਹੈ ਕਿ ਤੁਸੀਂ ਦੇਖੋ ਕਿ ਆਸਾ ਤੋਂ ਬਾਅਦ ਬਿਲਾਵਲ ਦੀ ਚੌਕੀ ਹੈ। ਹਾਂਜੀ ਹਾਂਜੀ, 3 ਘੰਟਿਆਂ ਦਾ ਇੱਕ ਪੈਰ ਹੁੰਦਾ ਹੈ। ਠੀਕ 3 ਹਾਂਜੀ ਘੰਟਿਆਂ ਤੱਕ ਬਿਲਾਵਲ ਦੇ ਆਰੰਭ ਤੱਕ 3 ਘੰਟੇ ਅੰਮ੍ਰਿਤ ਵੇਲੇ ਦੇ ਜਿਹੜੇ ਸਨ, ਅੰਮ੍ਰਿਤ ਵੇਲੇ ਦੀ ਚੌਕੀ ਜਿਹੜੀ ਹੈ ਉਹ ਆਸਾ ਕੀ ਵਾਰ ਦੀ ਚੌਕੀ ਸਜਾ ਕੇ 3 ਘੰਟਿਆਂ ਵਾਸਤੇ ਵਿੱਚ ਫਿਰ ਸ਼ਬਦ ਵੀ ਗਾਏ ਜਾਂਦੇ ਸਨ। ਗੁਰੂ ਰਾਮਦਾਸ ਜੀ ਚੱਕਿਆਂ ਤੋਂ ਇਲਾਵਾ ਸ਼ਬਦ ਵਿੱਚ ਗਾਏ ਜਾਂਦੇ। ਹਾਂਜੀ ਗਾਇਨ ਕਰਦੇ ਨੇ, ਠੀਕ ਹੈ। ਮਤਲਬ ਸਮਝ ਗਏ ਕਿ ਉਹ ਪੂਰਾ ਟਾਈਮ ਪੀਰੀਅਡ ਕਰਨ ਲਈ। ਹਾਂ ਹਾਂਜੀ ਠੀਕ ਹੈ ਜੀ, ਥੈਂਕ ਯੂ ਡਾਕਟਰ ਸਾਹਿਬ। ਕੋਈ ਹੋਰ ਸਵਾਲ ਹੈ ਜੀ ਕਿਸੇ ਦਾ? ਚਲੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫਿਰ, ਬੜੇ ਤੁਹਾਡੇ ਰਿਣੀ ਆ। ਇਹ ਰਿਣ ਕਿਵੇਂ ਉਤਰੇਗਾ ਪ੍ਰਮਾਤਮਾ ਨੂੰ ਪਤਾ ਹੈ। ਆਪ ਦਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸਭ ਦਾ ਧੰਨਵਾਦ ਬਹੁਤ ਬਹੁਤ ਜੀ। ਅਗਲੇ ਸ਼ਨੀਚਰਵਾਰ 8 ਵਜੇ ਫਿਰ ਆਪ ਜੀ ਨੂੰ ਮਿਲਾਂਗੇ। ਤਦ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।